देश दुनिया च वसते पंजाबियों ਨੂੰ ਜੀ ਆਇਆਂ। मैं हरजिंदर सिंह रंधावा, ਤੁਸੀਂ देख रहे हो पंजाब ਟੈਲੀਵਿਜ਼ਨ और मेरे नाल ने रोज की तरह सीनियर जर्नलिस्ट हरजीत भास्कर जी और इंदरप्रीत जी। सब तो पहला पंजाब की पॉलिटिक्स में जिस तरीके नाल सियासत का निर्धारण हो रहा ਉਹਦੇ ਤੇ ਚੱਲਦੇ ਹਾਂ। ਕੱਲ ਨੂੰ ਨਤੀਜੇ ਨੇ 5 ਰਾਜਾਂ ਦੇ ਔਰ ਇਹਨਾਂ ਨਤੀਜਿਆਂ ਤੋਂ ਬਾਅਦ ਤੁਰੰਤ 24 ਦੀ ਪਾਰਲੀਮਾਨੀ ਇਲੈਕਸ਼ਨ ਦਾ ਬਿਗਲ ਵੱਜ ਜਾਣਾ। ਲਗਭਗ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦੀਆਂ ਤਿਆਰੀਆਂ 'ਚ ਜੁਟ ਜਾਣਗੀਆਂ ਤੇ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਹੁਣ ਪੰਜਾਬ ਦੀ ਸਿਆਸਤ ਇਸ ਤੋਂ ਪਹਿਲਾਂ ਹੀ ਨਿਖਰਨੀ ਸ਼ੁਰੂ ਹੋ ਗਈ ਹੈ। ਇੱਥੇ ਵਿਅਕਤੀਗਤ ਤੌਰ ਤੇ ਜੇ ਮੈਂ ਜ਼ਿਕਰ ਕਰਾਂ, ਪਿਛਲੇ ਦਿਨਾਂ 'ਚ ਅਸੀਂ ਇਸ ਗੱਲ ਨੂੰ ਅੱਗੇ ਵਧਾਇਆ ਸੀ ਕਿ ਕੀ ਪੰਜਾਬ ਦੀ ਸੱਤਾਧਾਰੀ ਧਿਰ ਆਪਣੇ ਲਈ ਸਥਾਨ ਨਿਰਧਾਰਿਤ ਕਰਨ ਵੱਲ ਵਧ ਰਹੀ ਹੈ। ਕੀ ਉਹ ਅਕਾਲੀ ਦਲ ਨੂੰ ਐਲੀਮੀਨੇਟ ਕਰਕੇ ਅੱਗੇ ਵਧਣਾ ਚਾਹੁੰਦੇ ਆ? ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਸਪੇਸ ਖਾਣ ਤੋਂ ਬਾਅਦ ਉੱਥੇ ਐਸਟੈਬਲਿਸ਼ ਹੋਏ, ਦਿੱਲੀ ਦੇ ਵਿੱਚ 3 ਇਲੈਕਸ਼ਨਾਂ ਲਗਾਤਾਰ ਜਿੱਤੀਆਂ ਨੇ। ਉਸ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਵੀ ਉਹ ਕਿਹੜੀ ਧਿਰ ਨੂੰ ਪਾਸੇ ਕਰਕੇ ਸਥਾਪਿਤ ਹੋਣਾ ਚਾਹੁੰਣਗੇ? ਕੱਲ ਭਗਵੰਤ ਮਾਨ ਦੀ ਸਪੀਚ ਵਿੱਚੋਂ ਸਾਰੀਆਂ ਚੀਜ਼ਾਂ ਨਿਕਲੀਆਂ। ਤੁਹਾਨੂੰ ਯਾਦ ਹੋਊਗਾ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਨੂੰ ਪਿਛਲੇ ਦਿਨਾਂ 'ਚ ਜਾ ਕੇ ਦੇਖੋਗੇ 2-3 ਸਾਲ ਤੋਂ ਪਹਿਲਾਂ, ਤਾਂ ਉਹ ਨਰੋਲ ਅਕਾਲੀ ਦਲ ਨਾਲ ਪੰਗੇ 'ਚ ਸੀਗੇ, ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦੇ ਸੀ, ਖਾਸ ਤੌਰ ਤੇ ਉਹਦੇ ਫਾਇਰ ਬ੍ਰਾਂਡ ਆਗੂ ਬਿਕਰਮ ਮਜੀਠੀਆ ਨੂੰ। ਤੇ ਨਵਜੋਤ ਸਿੰਘ ਸਿੱਧੂ ਆਪਣੀ ਸਿਆਸਤ ਬਿਲਡ ਕਰਨ ਦੇ ਵਿੱਚ ਕਾਮਯਾਬ ਹੋ ਗਏ ਸੀਗੇ। ਕਾਫੀ ਦੇਰ ਤੱਕ ਉਹ ਨਾਇਕ ਵਜੋਂ ਵਿਚਰਦੇ ਵੀ ਰਹੇ, ਲੇਕਿਨ ਜਲੰਧਰ ਦੀ ਇੱਕ ਸਟੇਜ ਦੇ ਉੱਪਰ ਉਹਨਾਂ ਨੇ ਇਹ ਸਮਝੌਤਾਵਾਦੀ ਜਦੋਂ ਪਹੁੰਚ ਅਖਤਿਆਰ ਕੀਤੀ ਤਾਂ ਉਹਨਾਂ ਦੇ ਵਿਕਾਸ ਮਾਡਲ, ਉਹਨਾਂ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਲਾਂਘੇ ਖਲਵਾਉਣ ਦੇ ਯਤਨ, ਉਹ ਸਾਰੀਆਂ ਚੀਜ਼ਾਂ ਪਈਆਂ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖੜੀ ਨਹੀਂ ਹੋ ਪਾ ਰਹੀ। ਕੀ ਭਗਵੰਤ ਸਿੰਘ ਮਾਨ ਨੇ ਇਹ ਰਾਹ ਚੁਣਿਆ ਕਿ ਉਹਨਾਂ ਨੇ ਹੁਣ ਅਕਾਲੀ ਦਲ ਦੀ ਜਗ੍ਹਾ ਲੈਣ ਲਈ ਪੂਰਾ ਜ਼ੋਰ ਲਾਉਣਾ? ਆਉਂਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਿਸ਼ਾਨੇ ਤੇ ਅਕਾਲੀ ਆਗੂ ਰਹਿਣਗੇ, ਅਕਾਲੀ ਦਲ ਰਹੂਗਾ। ਇਹ ਮੁੱਦੇ ਤੇ ਚੱਲਦੇ ਆ, ਲੇਕਿਨ ਸਾਡੇ ਕੋਲ 2 ਅਹਿਮ ਮੁੱਦੇ ਭਾਰਤ US ਰਿਲੇਸ਼ਨਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਵਾਲੇ ਐਪੀਸੋਡ ਨੂੰ ਪ੍ਰਮੁੱਖਤਾ ਨਾਲ ਦੇਖਿਆ ਜਾ ਰਿਹਾ। ਔਰ ਕੱਲ ਵਾਲੀ ਸਟੋਰੀ ਜਿਹੜੀ ਭਾਸਕਰ ਸਾਹਿਬ ਨੇ ਦੱਸੀ ਸੀਗੀ ਇੰਡੀਅਨ ਐਕਸਪ੍ਰੈਸ ਦੇ ਨਜ਼ਰੀਏ ਤੋਂ, ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਨੇ। ਉਸ ਸਟੋਰੀ ਦਾ ਅਗਲਾ ਪੱਖ, ਅਗਲਾ ਪਹਿਲੂ ਕਿ ਜਦੋਂ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਰੋਕਿਆ ਗਿਆ, ਫੜਿਆ ਗਿਆ ਤੇ ਉਸ ਤੋਂ ਬਾਅਦ ਉਹ ਕਈ ਮਹੀਨਿਆਂ ਤੱਕ ਉੱਥੇ ਹੀ ਰਿਹਾ। US ਦੇ ਵਿੱਚ ਉਹਨੂੰ ਕਦੋਂ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਇਹ ਅਦਾਲਤ ਵਿੱਚ ਕਿਵੇਂ ਮਾਮਲਾ ਅੱਗੇ ਵੱਧਦਾ, ਇੱਥੇ ਜਾਣਦੇ ਆ। ਅਸੀਂ ਇਹਦੇ ਨਾਲ ਹੀ ਚੱਲਾਂਗੇ। ਪੋਲਿਟਿਕਸ ਕੱਲ ਨਤੀਜਿਆਂ ਤੋਂ ਬਾਅਦ ਕਿਵੇਂ ਦੀ ਹੋਣ ਵਾਲੀ ਆ। ਜਦੋਂ 2 ਵੱਡੇ ਜਹਾਜ਼, ਚਾਰਟਰਡ ਪਲੇਨ ਬੁੱਕ ਕਰ ਲਏ ਜਾਣ ਤਾਂ ਇਹ ਵੀ ਰੌਚਕਤਾ ਤੁਰਦੀ ਨਾਲ ਹੀ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ, ਵੈਸੇ ਤਾਂ ਗਨੀਵ ਕੌਰ, ਅਖਬਾਰਾਂ ਨੇ ਰਿਪੋਰਟ ਤਾਂ ਉਹਨੂੰ ਬਿਕਰਮ ਸਿੰਘ ਮਜੀਠੀਆ ਦੀ ਧਰਮ ਸੁਪਤਨੀ ਦੇ ਰੂਪ 'ਚ ਕੀਤਾ ਕਿ ਕਪੂਰਥਲੇ ਦੀ ਇੱਕ ਕੋਰਟ ਨੇ ਉਹਨਾਂ ਨੂੰ ਸੰਮਣ ਕੀਤਾ। ਮਾਮਲਾ ਕਿਸੇ ਵਿਅਕਤੀ ਤੋਂ ਨਸ਼ਾ ਫੜੇ ਜਾਣ ਦਾ, ਤੇ ਜਿਹਦੇ ਕੋਲ ਨਸ਼ਾ ਫੜਿਆ ਗਿਆ ਉਹ ਕੋਲੋਨਾਈਜ਼ਰ ਵੀ ਹੈ, ਉਹ ਰੀਅਲ ਏਸਟੇਟ ਦਾ ਕੰਮ ਵੀ ਕਰਦਾ। ਹੁਣ ਇਹਦੇ ਵਿੱਚ ਗਨੀਵ ਕੌਰ ਕੌਣ ਨੇ ਤੇ ਉਹਨਾਂ ਨੂੰ ਸੰਮਨ ਕਿਉਂ ਹੋਏ ਨੇ, ਇਹਦੇ 'ਚ ਵੀ ਕੁਝ ਦਿਲਚਸਪੀਆਂ ਨੇ, ਸਾਂਝ ਪਾਉਣੇ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਤੋਂ ਸ਼ੁਰੂ ਕਰ ਲੈਂਦੇ ਅੱਜ। ਭਾਸਕਰ ਸਾਹਿਬ ਕੱਲ ਜਦੋਂ ਮੁੱਖ ਮੰਤਰੀ ਨਿਯੁਕਤੀ ਪੱਤਰ ਦੇ ਰਹੇ ਸੀ ਚੰਡੀਗੜ੍ਹ 'ਚ ਕੁਝ ਨਵੇਂ ਭਰਤੀ ਹੋਇਆਂ ਨੂੰ, ਤਾਂ ਉਹਨਾਂ ਨੇ ਅਕਾਲੀ ਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ, ਸੁਖਬੀਰ ਬਾਦਲ ਨੂੰ ਵੀ ਲਿਆ। ਉਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਹਵਾਲਾ ਦੇ ਕੇ ਵੀ ਕਿਹਾ ਕਿ ਅਕਾਲੀ ਦਲ ਨੂੰ ਹੁਣ 1 ਵੋਟ ਨਹੀਂ ਮਿਲਣੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਨੂੰ ਨਾਲ ਹੀ ਲੈ ਗਏ ਨੇ ਔਰ ਬਿਕਰਮ ਸਿੰਘ ਮਜੀਠੀਆ ਤੇ ਵੀ ਉਹਨਾਂ ਨੇ ਨਿੱਜੀ ਹਮਲੇ ਕੀਤੇ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਤਾਂ ਬੰਦ ਬੁੱਧੀ ਤੱਕ ਕਹਿਤਾ। ਪੰਜਾਬ ਪੋਲਿਟਿਕਸ ਦੀ ਭਾਸ਼ਾ ਦੇ ਨਜ਼ਰੀਏ ਤੋਂ ਉਹਨਾਂ ਨੇ ਨਿਰਧਾਰਿਤ ਕਰਤੀ ਹੈ ਲੈਵਲ, ਪੱਧਰ। ਤੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਵੀ ਘੱਟ ਨਹੀਂ ਕੀਤੀ, ਉਹਨਾਂ ਨੇ ਵੀ ਕਿਹਾ ਵੀ ਤੇਰੀ ਛਾਤੀ ਤੇ ਚੜਾਂਗੇ ਮੇਰੇ ਦਗੜ ਦਗੜ ਕਰਦੇ ਘੋੜੇ। ਨੀਤੀ ਨਿਰਧਾਰਨ ਤਾਂ ਹੁੰਦਾ ਦੇਖਿਆ, ਲੇਕਿਨ ਲੈਵਲ ਨਿਰਧਾਰਨ ਪੰਜਾਬ ਦੀ ਪੋਲਿਟਿਕਸ ਦਾ ਹੋ ਰਿਹਾ। ਸੋ ਇਹ ਬੜਾ ਅਹਿਮ ਸਵਾਲ ਹੈ, ਇੱਥੋਂ ਤੋਰੋ ਗੱਲ। ਰੰਧਾਵਾ ਜੀ, 2024 ਦੀ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਔਰ ਉਸ ਤੋਂ ਪਹਿਲੇ ਤਕਰੀਬਨ ਸਾਰੀ ਸਿਆਸੀ ਪਾਰਟੀਆਂ, ਭਾਵੇਂ ਕੇਂਦਰ ਦੇ ਵਿੱਚ ਹੋਏ ਭਾਵੇਂ ਸੂਬਿਆਂ ਦੇ ਵਿੱਚ ਹੋਏ, ਉਹ ਆਪਣਾ ਦੁਸ਼ਮਣ ਔਰ ਆਪਣੀ ਦੁਸ਼ਮਣ ਪਾਰਟੀ ਚੁਣ ਰਹੇ ਨੇ ਕਿ ਕਿਹਦੇ ਉੱਤੇ ਆਪਣਾ ਅਟੈਕ ਕਰਨਾ ਹੈ। ਕੱਲ ਇਸ ਗੱਲ ਦੀ ਝਲਕ ਨਜ਼ਰ ਆਈ ਜਦ ਮੁੱਖ ਮੰਤਰੀ ਇੱਕ ਸਮਾਗਮ ਦੇ ਵਿੱਚ ਅਚਾਨਕ ਅਕਾਲੀ ਦਲ ਦੇ ਉੱਤੇ ਸੂਈ ਰੱਖਦੇ ਨੇ ਔਰ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਬਿਕਰਮ ਸਿੰਘ ਮਜੀਠੀਆ ਔਰ ਪ੍ਰਕਾਸ਼ ਸਿੰਘ ਬਾਦਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ 'ਚ ਵੀ ਕੁਝ ਉਹ ਚੀਜ਼ਾਂ ਕਹਿੰਦੇ ਨੇ, ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਵੀ ਜਾਂਦੇ ਹੋਏ, ਯਾਨੀ ਜਦ ਕੋਈ ਬੰਦਾ ਜਿਹਦੀ ਮ੍ਰਿਤੂ ਹੋ ਜਾਂਦੀ ਹੈ ਉਹ ਕੁਝ ਨਹੀਂ ਲੈ ਕੇ ਜਾਂਦਾ। ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਅਕਾਲੀ ਦਲ ਨਾਲ ਲੈ ਗਏ, ਫਿਰ ਬਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਜਿਹੜੇ ਪੂਰਵਜ ਨੇ ਉੱਥੇ ਵੀ ਅਟੈਕ ਕਰਦੇ ਨੇ। ਗੱਲ ਅਰਬੀ ਘੋੜਿਆਂ ਤੱਕ ਆਉਂਦੀ ਹੈ। 5 ਦਸੰਬਰ ਦਾ ਅਲਟੀਮੇਟਮ ਦੇ ਦਿੰਦੇ ਨੇ ਕਿ ਅਰਬੀ ਘੋੜਿਆਂ ਦਾ ਦੱਸ ਦਿਓ ਕਿੱਥੇ ਨੇ। ਔਰ ਅਗਰ ਉਹ ਅਰਬੀ ਘੋੜੇ
5 ਦਸੰਬਰ ਤੱਕ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਨਹੀਂ ਦੱਸੇ ਤੇ ਮੈਂ ਦੱਸੂਗਾ। ਇਹ ਸਾਰੀ ਗੱਲਾਂ ਆਪਣੇ ਆਪ ਵਿੱਚ ਇੰਡੀਕੇਟ ਕਰਦੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਆਪਣਾ ਦੁਸ਼ਮਣ, ਆਪਣਾ ਅਟੈਕ ਸੂਈ ਕਿੱਥੇ ਰੱਖਣੀ ਹੈ ਉਹ ਨਿਰਣੈ ਕਰ ਲਿਆ। ਔਰ ਅਕਾਲੀ ਦਲ ਦੇ ਉੱਤੇ ਆਉਣ ਵਾਲੇ ਟਾਈਮ ਵਿੱਚ ਅਟੈਕ ਜ਼ਿਆਦਾ ਹੋਣਗੇ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵੀ ਆਪਣੀ ਤਿੱਖੇ ਅੰਦਾਜ਼ ਦੇ ਵਿੱਚ ਅਟੈਕ ਕਰਦੇ ਨੇ। ਭਾਸ਼ਾ ਦਾ ਸਤਰ ਦੋਨੋਂ ਪਾਸਿਓਂ ਬਹੁਤ ਥੱਲੇ ਹੁੰਦਾ ਹੈ ਔਰ ਉਸ ਥੱਲੇ ਗਿਰੇ ਹੋਏ ਭਾਸ਼ਾ ਦੇ ਸਤਰ ਦੇ ਵਿੱਚ ਇਹ ਲੜਾਈ, ਇਹ ਤਲਖੀ ਅੱਗੇ ਵੱਧਦੀ ਹੈ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਦ ਵੀ ਭਾਸ਼ਾ ਦਾ ਸਤਰ ਗਿਰਦਾ ਹੈ ਤੇ ਉਹਦੇ ਵਿੱਚ ਇੱਕ ਗੱਲ ਤੇ ਹੈ ਕਿ ਜੋ ਵੀ ਤਲਖੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਕਰਦਾ ਹੈ ਉਹਦੀ ਚੜ੍ਹਤ ਹੁੰਦੀ ਹੈ। ਹੁਣ ਇਹ ਚੜ੍ਹਤ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣੀ ਹੈ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਹੋਣੀ ਹੈ। ਇਹ ਇੱਕ ਟੋਨ ਜੀ ਸੈੱਟ ਜ਼ਰੂਰ ਹੋ ਰਹੀ ਹੈ 2024 ਦੀ ਇਲੈਕਸ਼ਨ ਤੋਂ ਪਹਿਲੇ। ਭਾਸਕਰ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਕਿ ਦੁਸ਼ਮਣ ਚੁਣੇ ਜਾ ਰਹੇ ਆ ਔਰ ਸ਼ਾਇਦ ਦੁਸ਼ਮਣ ਸਭ ਤੋਂ ਵੱਧ ਵਾਰਾ ਖਾਂਦਾ ਹੀ ਚੁਣਿਆ ਜਾਂਦਾ ਹੈ। ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਤੁਸੀਂ ਕਿਸ ਧਿਰ ਨੂੰ ਸੌਖਿਆਂ ਟਾਰਗੇਟ ਕਰ ਸਕਦੇ ਹੋ ਤੇ ਤੁਹਾਡੇ ਕੋਲ ਉਹਨੂੰ ਨਿਸ਼ਾਨੇ ਤੇ ਲੈਣ ਲਈ ਕੰਟੈਂਟ ਕਿੰਨਾ ਹੈ। ਪਰ ਕਈ ਵਾਰੀ ਤੁਸੀਂ ਇਸ ਦਰਮਿਆਨ ਇੰਦਰਪ੍ਰੀਤ ਜੀ ਗਲਤੀਆਂ ਵੀ ਕਰਦੇ ਹੋ। ਵਿਕੀਪੀਡੀਆ ਵੈਸੇ ਤਾਂ ਲੋਕਾਂ ਵੱਲੋਂ ਇੱਕ ਚਲਾਈ ਜਾਂਦੀ ਸੰਸਥਾ ਹੈ। ਵੈਬ ਦੇ ਉੱਪਰ ਵਿਕੀਪੀਡੀਆ ਜਿਸ ਤਰੀਕੇ ਨਾਲ ਵਾਧਾ ਫੁੱਲਦਾ, ਲੋਕਾਂ ਦੀਆਂ ਜਾਣਕਾਰੀਆਂ ਕਈ ਤਰ੍ਹਾਂ ਨਾਲ ਸ਼ਾਮਲ ਹੁੰਦੀਆਂ। ਮੈਂ ਸੁਰਜੀਤ ਸਿੰਘ ਮਜੀਠੀਆ ਦਾ ਵਿਕੀਪੀਡੀਆ ਪੇਜ ਕੱਢ ਰਿਹਾ, ਹੁਣ ਇਹਨੂੰ ਕਿੰਨੇ ਅਪਡੇਟ ਕੀਤਾ ਮੈਨੂੰ ਨਹੀਂ ਪਤਾ ਔਰ ਇਹਦੇ ਉੱਤੇ ਸਾਡੇ ਸੁਣਨ ਵਾਲੇ ਸਾਨੂੰ ਕਰੈਕਟ ਵੀ ਕਰ ਸਕਦੇ ਆ। ਮੈਂ ਸਮਝਣ ਦਾ ਯਤਨ ਕਰ ਰਿਹਾ ਕਿ ਭਗਵੰਤ ਮਾਨ ਕਹਿ ਰਹੇ ਨੇ 57-58 ਦੀ ਗੱਲ ਹੈ, ਜਦੋਂ ਉਹ ਗਏ ਸੀ ਅਰਬ ਮੁਲਕ 'ਚ ਪ੍ਰਧਾਨ ਮੰਤਰੀ ਦੇ ਨਾਲ ਡਿਪਟੀ ਡਿਫੈਂਸ ਮਿਨਿਸਟਰ ਹੁੰਦਿਆਂ ਤੇ ਉਹਨਾਂ ਨੇ ਉੱਥੋਂ ਅਰਬੀ ਘੋੜੇ ਦਿੱਤੇ, ਜਿਹੜੇ ਅਰਬੀ ਘੋੜੇ ਮੇਰਠ 'ਚ ਨਹੀਂ ਪਹੁੰਚੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਾਜ਼ਾਰ 'ਚੋਂ ਕੱਢਤਾ ਗਿਆ। ਲੇਕਿਨ ਸੁਰਜੀਤ ਸਿੰਘ ਮਜੀਠੀਆ ਦੇ ਵਿਕੀਪੀਡੀਆ ਪੇਜ ਤੇ ਉਹਨਾਂ ਨੂੰ 1952 ਤੋਂ 1967 ਦੇ ਵਿੱਚ ਲੋਕ ਸਭਾ ਦੇ ਮੈਂਬਰ ਦਿਖਾਇਆ ਗਿਆ, ਜਿੱਥੇ ਉਹਨਾਂ ਨੇ ਗੁਰਦਿਆਲ ਸਿੰਘ ਢਿੱਲੋਂ ਨੂੰ ਹਰਾਇਆ ਤਰਨਤਾਰਨ ਦੀ ਕਨਸਟੀਟੂਐਂਸੀ ਤੋਂ। ਔਰ ਫਿਰ ਉਹ ਯੂਨੀਅਨ ਮਿਨਿਸਟਰ ਫਾਰ ਸਟੇਟ, ਮਤਲਬ ਡਿਫੈਂਸ ਲਈ ਉਹ ਕੰਮ ਕਰਦੇ ਨੇ 1952 ਤੋਂ 1962 ਚ 10 ਸਾਲ। ਲੇਕਿਨ ਇਹ ਲਗਭਗ ਪੂਰਾ ਪੀਰੀਅਡ ਜਿਹੜਾ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਤੇ ਥੋੜਾ ਜਿਹਾ ਧਿਆਨ ਹੋਰ ਦੇਣ ਦੀ ਲੋੜ ਆ। ਫਿਰ ਉਹ ਪ੍ਰੈਜ਼ੀਡੈਂਟ BCCI ਵੀ 1956 ਤੋਂ 58 ਚ ਰਹਿੰਦੇ ਨੇ। ਔਰ ਜੇਕਰ ਤੁਸੀਂ ਇਹ ਸਾਰੇ ਧਿਆਨ ਨਾਲ ਦੇਖੋ ਤੇ ਉਸ ਤੋਂ ਬਾਅਦ ਵੀ ਇੱਕ ਵਾਰੀ ਜਦੋਂ ਇਹ ਟਰਮ ਉਹਨਾਂ ਦੀ ਖਤਮ ਹੁੰਦੀ ਆ ਬਤੌਰ ਡਿਫੈਂਸ ਮਿਨਿਸਟਰ, ਤਾਂ ਇੱਕ ਵਾਰੀ ਫਿਰ ਉਹਨਾਂ ਨੂੰ ਕਾਂਗਰਸ ਦੀ ਟਿਕਟ ਮਿਲਦੀ ਹੈ। ਮੇਰਾ ਮਤਲਬ ਸਿਰਫ ਇੰਨਾ ਸੀ ਇੰਦਰਪ੍ਰੀਤ ਜੀ ਕਿ ਜੇਕਰ ਉਹਨਾਂ ਨੂੰ ਕੱਢਤਾ ਗਿਆ ਸੀ ਉਹਨਾਂ ਦੇ ਇਸ ਤਰ੍ਹਾਂ ਦੇ ਵਿਹਾਰ ਕਰਕੇ, ਤਾਂ ਫਿਰ ਉਹ ਇੱਥੇ ਡਿਟੇਲ ਆਉਣੀ ਚਾਹੀਦੀ ਸੀ। ਜੇ ਮੈਂ ਗਲਤ ਆ ਤੇ ਦੋਸਤ ਕਲੀਅਰ ਕਰਨ, ਕਿਉਂਕਿ ਮੈਂ ਵਿਕੀਪੀਡੀਆ ਤੋਂ ਲੈ ਰਿਹਾ। ਸੋ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਸੱਚਮੁੱਚ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ, ਹਾਲਾਂਕਿ ਦੋਨੇ ਹੀ ਇੱਕ ਦੂਜੇ ਦੇ ਪੂਰਕ ਨੇ, ਉਹ ਪ੍ਰਧਾਨ ਵੀ ਨੇ, ਚੀਫ ਮਿਨਿਸਟਰ ਵੀ ਨੇ, ਕਰਤਾ ਤਾਂ ਸਭ ਕੁਝ ਹੀ ਨੇ, ਕੱਲਾ ਹੀ ਚਿਹਰਾ ਹੈ, ਕਿ ਉਹ ਅਕਾਲੀ ਦਲ ਨੂੰ ਚੁਣ ਕੇ ਆਪ ਐਸਟੈਬਲਿਸ਼ ਹੋ ਜਾਣਗੇ। ਅਕਾਲੀ ਦਲ ਨੂੰ ਅੱਗੇ ਨਾਲੋਂ ਉਹ ਹਾਸ਼ੀਏ ਤੇ ਧੱਕਣ 'ਚ ਕਾਮਯਾਬ ਹੋ ਜਾਣਗੇ, ਜਿਹੜੀ ਰਣਨੀਤੀ ਉਹਨਾਂ ਨੇ ਅਪਣਾਈ ਹੈ। ਰੰਧਾਵਾ ਸਾਹਿਬ, ਮੈਨੂੰ ਨਾ ਇੱਕ ਐਪੀਸੋਡ ਯਾਦ ਆ ਗਿਆ ਕੱਲ ਦਾ, ਵਿਕਰਮ ਮਜੀਠੀਆ ਤੇ ਜਿਹੜਾ ਅਟੈਕ ਕੀਤਾ ਭਗਵੰਤ ਮਾਨ ਹੋਰਾਂ ਨੇ, ਜਿਸ ਤਰ੍ਹਾਂ ਦਾ ਅਟੈਕ ਕੀਤਾ। ਮੈਨੂੰ ਯਾਦ ਹੈ 2007 ਦਾ ਆਖਰੀ ਸੈਸ਼ਨ ਸੀ, 2002 ਤੋਂ 7 ਵਾਲੀ ਗਵਰਨਮੈਂਟ ਦਾ ਆਖਰੀ ਸੈਸ਼ਨ ਸੀ ਤੇ ਉੱਪਰ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ। ਬੜੀ ਵੱਡੀ ਇੱਕ ਘੁਟਾਲਾ ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਛਾਪਿਆ ਸੀਗਾ, ਮਨੀਸ਼ ਤਿਵਾਰੀ ਹੋਰਾਂ ਨੇ। ਤਾਂ ਵਿਕਰਮ ਮਜੀਠੀਆ ਸੁਖਬੀਰ ਬਾਦਲ ਦੇ ਸੋਫੇ ਦੇ ਪਿੱਛੇ ਇਸ ਤਰ੍ਹਾਂ ਟਹਿਲ ਰਹੇ ਸੀ, ਏਦਾਂ ਕਰਕੇ ਹੱਥ ਉਹਨਾਂ ਦੇ ਪਿੱਛੇ, ਗਰਦਨ ਅਕੜੀ ਹੋਈ, ਸਿੱਧਾ ਲੰਬਾ ਬਿਲਕੁਲ ਯੰਗ ਜਿਹਾ ਮੁੰਡਾ। ਤੇ ਉਸੇ ਟਾਈਮ ਜਦੋਂ ਵਿਕਰਮ BIS ਚਹਿਲ ਆਏ ਤੇ ਕੈਪਟਨ ਸਾਹਿਬ ਨੇ ਰੱਖੀ ਹੋਈ ਪ੍ਰੈਸ ਕਾਨਫਰੰਸ ਬਾਰੇ ਕਿਹਾ ਪੱਤਰਕਾਰਾਂ ਨੂੰ ਕਿ ਉੱਥੇ ਆਓ ਸਾਰੇ, ਤਾਂ ਉਹਨੇ ਵਿਕਰਮ ਮਜੀਠੀਆ ਨੇ ਏਦਾਂ ਇਸ਼ਾਰਾ ਕਰਕੇ ਕਿਹਾ ਵੀ ਚੱਲ ਬਾਹਰ ਆ ਜਾਾਂਗੇ। ਮਤਲਬ ਇਸ ਤਰ੍ਹਾਂ, ਮਤਲਬ ਉਹਨਾਂ ਦਾ ਤਰੀਕਾ ਦੇਖਣ ਵਾਲਾ ਸੀ ਕਿ ਕਿਸ ਤਰ੍ਹਾਂ ਉਹ ਮਤਲਬ ਉਹਨੂੰ ਬਾਹਰ ਕੱਢ ਲਿਆ, ਜਦਕਿ ਉਦੋਂ BIS ਚਹਿਲ ਬਹੁਤ ਪਾਵਰਫੁਲ ਸੀ। 2007 ਵਾਲੀ ਗਵਰਨਮੈਂਟ ਤਾਂ ਤੁਹਾਨੂੰ ਸਾਰਿਆਂ ਨੂੰ ਧਿਆਨ 'ਚ ਹੀ ਹੈ। ਹੁਣ ਜੇ ਤੁਸੀਂ ਬਿਲਕੁਲ ਉਹਨੂੰ ਕਹੋ ਕਿ 3 ਟਰਮਸ ਬਾਅਦ ਸੇਮ ਹੀ ਉਸ ਤਰ੍ਹਾਂ ਦਾ ਜਿਹੜਾ ਇੱਕ ਮਤਲਬ ਜਿਹਨੂੰ ਕਹਿੰਦੇ ਆ ਕਿ ਟੋਨ ਜਿਹੜੀ ਅਪਣਾਈ ਆ, ਉਹ ਭਗਵੰਤ ਮਾਨ ਹੋਰਾਂ ਨੇ ਅਪਣਾਈ ਆ ਵੀ 5 ਤਰੀਕ ਤੱਕ ਦੱਸ ਦੇ, ਨਹੀਂ ਤਾਂ ਫਿਰ ਮੈਂ ਦੱਸੂ। ਮਤਲਬ ਟੋਨ ਸੇਮ, ਮੈਨੂੰ ਟੋਨ 'ਚ ਕੋਈ ਅੰਤਰ ਨਹੀਂ ਲੱਗਿਆ ਦੋਨਾਂ ਦੇ। ਹੁਣ ਨਿਸ਼ਾਨੇ ਤੇ ਉਹ ਵਿਕਰਮ ਮਜੀਠੀਆ ਸੀ, ਸਿਰਫ ਇੰਨਾ ਕੀ ਫਰਕ ਸੀ ਕਿ ਚਿਹਰੇ ਉਲਟ ਗਏ, ਪਲਟ ਗਏ।
ਤੇ ਇਸ ਸਾਰੇ ਐਪੀਸੋਡ ਦੇ ਮੈਨੂੰ ਦੋ ਪਹਿਲੂ ਨਜ਼ਰ ਆਏ ਹੈਗੇ। ਪਹਿਲਾਂ ਤਾਂ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਬਿਲਕੁਲ ਠੀਕ ਕਹੀ ਵੀ ਇੱਕ ਮੁੰਡਾ ਜਿਹੜਾ ਪਿੰਡ ਦਾ ਹੈਗਾ ਉਹ ਮੁੱਖ ਮੰਤਰੀ ਬਣ ਗਿਆ ਤੇ ਇਹ ਵੱਡੇ ਜਿਹੜੇ ਸਰਦਾਰ ਹੈਗੇ ਨੇ, ਜੇ ਵੱਡੇ ਘਰਾਣੇ ਹੈਗੇ, ਇਹਨਾਂ ਨੂੰ ਜਾਰਿਆ ਨਹੀਂ ਜਾ ਰਿਹਾ ਇਹਨਾਂ ਤੋਂ ਕਿ ਉਹ ਮੁੱਖ ਮੰਤਰੀ ਬਣ ਗਿਆ। ਔਰ ਬਿਲਕੁਲ ਠੀਕ ਗੱਲ ਵੀ ਹੈ। ਨਹੀਂ ਇਹ ਜਿਹੜੇ ਵੀ ਐਡੇ ਲੰਬੇ ਸਮੇਂ ਤੋਂ ਰਾਜ ਕਰਦੇ ਹੁੰਦੇ ਹੈ, ਸੱਤਾ 'ਚ ਹੀ ਜਿਨ੍ਹਾਂ ਨੂੰ ਰਹਿਣਾ ਆਉਂਦਾ, ਕਦੀ ਵਿਰੋਧੀ ਧਿਰਾਂ 'ਚ ਰਹੇ ਹੀ ਨਹੀਂ, ਉਹਨਾਂ ਲਈ ਤਾਂ ਇਹ ਜਰਨਾ ਬਹੁਤ ਔਖਾ ਹੋ ਜਾਂਦਾ ਕਿ ਯਾਰ ਵੀ ਇੱਕ ਸਧਾਰਨ ਬੰਦਾ ਬਣ ਗਿਆ ਤੇ ਸਾਨੂੰ ਸਾਡੇ ਵਰਗੇ ਬੰਦਿਆਂ ਨੂੰ ਲਾਤਾ ਉਹਨੇ। ਪਰ ਭਗਵੰਤ ਮਾਨ ਹੋਰਾਂ ਨੂੰ ਥੋੜਾ ਜਿਹਾ ਫਿਰ ਇਹ ਵੀ ਖਿਆਲ ਰੱਖਣਾ ਚਾਹੀਦਾ ਵੀ ਕਿਉਂ ਲਾਇਆ, ਕਿਉਂ ਲੋਕਾਂ ਨੇ ਆਮ ਬੰਦੇ ਨੂੰ ਚੁਣਿਆ। ਉਹ ਇਸੇ ਕਰਕੇ ਕਿ ਜਿਹੜੀ ਉਹ ਰਾਜਨੀਤੀ ਹੈ ਨੀਵੇਂ ਪੱਧਰ ਦੀ ਜਿਹੜੀ ਉਸ ਟਾਈਮ ਵੀ ਕੀਤੀ ਗਈ ਸੀ, ਉਸ ਤੋਂ ਲੋਕ ਅੱਕ ਗਏ ਸੀ। ਲੋਕਾਂ ਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਕਿ ਤੁਸੀਂ ਕਿਸ ਘਰਾਣਿਆਂ ਨਾਲ ਸੰਬੰਧਿਤ ਹੋ। ਲੋਕਾਂ ਨੂੰ ਇਸ ਗੱਲ ਤੋਂ ਮਤਲਬ ਹੈ ਕਿ ਕੀ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਲਈ ਤੁਸੀਂ ਕਮਿਟਡ ਹੋ ਕਿ ਨਹੀਂ ਹੋ। ਮੇਰੇ ਖਿਆਲ ਜੋ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਐਰੋਗੈਂਸੀ ਨੂੰ ਲਾਇਆ ਹੈ, ਐਰੋਗੈਂਸੀ ਨੂੰ ਲਾਇਆ, ਜਿਹੜਾ ਧੌਣ 'ਚ ਕਿੱਲਾ ਸੀ ਨਾ ਕਿ ਅਸੀਂ ਰਾਜੇ ਹੁੰਨੇ ਆ ਲੋਕਤੰਤਰ ਦੇ, ਉਹਨੂੰ ਰੱਦ ਕੀਤਾ, ਪੱਟ ਕੇ ਸੁੱਟਿਆ। ਭਗਵੰਤ ਮਾਨ ਨੂੰ ਇਸ ਲਹਿਜੇ ਨੂੰ ਯਾਦ ਰੱਖਣਾ ਚਾਹੀਦਾ। ਲੋਕ ਹਲੀਮੀ ਚਾਹੁੰਦੇ ਆ, ਉਹ ਚਾਹੁੰਦੇ ਆ ਕਿ ਤੁਸੀਂ ਸਾਡੇ ਸੇਵਕ ਬਣ ਕੇ ਰਹੋ, ਅਸੀਂ ਤੁਹਾਨੂੰ ਚੁਣਦੇ ਆ ਤੇ ਲਾ ਵੀ ਸਕਦੇ ਆ, ਤੁਸੀਂ ਇਹ ਕਹਿ ਰਹੇ ਹੋ। ਬਿਲਕੁਲ, ਮੈਂ ਇਹੀ ਗੱਲ ਕਰ ਰਿਹਾ ਕਿ ਜਿਹੜੀ ਐਰੋਗੈਂਸੀ ਹੈ ਨਾ, ਪੰਜਾਬ ਦੇ ਲੋਕ ਕਿਸੇ ਦੀ ਵੀ ਬਰਦਾਸ਼ਤ ਨਹੀਂ ਕਰਦੇ। ਮੈਂ ਪਹਿਲਾਂ ਵੀ 2-3 ਇਸੇ ਪ੍ਰੋਗਰਾਮਾਂ 'ਚ ਕਹਿ ਚੁੱਕਿਆ ਕਿ ਪੰਜਾਬੀ ਤਬੀਅਤ ਨਹੀਂ ਹੈ ਈਨ ਬਰਦਾਸ਼ਤ ਕਰਨ ਦੀ। ਇਸ ਕਰਕੇ ਉਹ ਜਦੋਂ ਮੌਕਾ ਮਿਲਦਾ ਫਿਰ ਉਸ ਤੇ ਚੋਟ ਉਹ ਕਰਦਾ ਹੀ ਹੈ। ਹੁਣ ਜੇ ਅਸੀਂ ਇਹਦੇ ਸਮਾਜਿਕ ਪਹਿਲੂ ਨੂੰ ਦੇਖੀਏ ਜਿਹੜਾ ਕੱਲ ਦਾ ਹੋਇਆ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਕਿ ਤੁਸੀਂ ਯੰਗ ਮੁੰਡਿਆਂ ਨੂੰ ਆਪਣੇ ਪਹਿਲੇ ਸਾਲ ਤੋਂ ਹੀ ਲੱਗੇ ਹੋ ਪੱਕੀਆਂ ਨੌਕਰੀਆਂ ਦੇਣ ਲਈ। ਔਰ ਵਾਕਈ ਇਹ ਵੀ ਗੱਲ ਉਹਨਾਂ ਦੀ ਠੀਕ ਸੀ ਵੀ ਕੋਈ ਨੌਕਰੀ ਦਿੱਤੀ ਹੋਈ ਨੌਕਰੀ ਜਿਹੜੀ ਹੈ ਹਾਈ ਕੋਰਟ 'ਚ ਚੈਲੰਜ ਨਹੀਂ ਹੋ ਰਹੀ, ਸਾਰਾ ਸਾਫ਼ ਸੁਥਰਾ ਕੰਮ ਹੋ ਰਿਹਾ, ਸਭ ਨੌਕਰੀਆਂ ਜੁਆਇਨ ਕਰ ਰਹੇ ਆ, ਕੰਮ ਚੱਲਣਾ ਸ਼ੁਰੂ ਗਿਆ। ਇਹ ਇਹਦਾ ਸਮਾਜਿਕ ਪਹਿਲੂ ਹੈ। ਜਿਹੜੇ ਇੱਥੋਂ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਫਿਰ ਦਿਖ ਵੀ ਰਿਹਾ ਕਿ ਹਾਂ ਯਾਰ ਬਾਹਰ ਐਵੇਂ ਧੱਕੇ ਖਾਣ ਨਾਲੋਂ ਤਾਂ ਜੇ ਇੱਥੇ ਹੀ ਨੌਕਰੀ ਮਿਲ ਜੇ ਤਾਂ ਜ਼ਿਆਦਾ ਬੈਟਰ ਹੈ। ਇਹ ਯੰਗਸਟਰਾਂ ਦੇ ਮਨਾਂ 'ਚ ਆ ਰਿਹਾ। ਮੈਨੂੰ ਲੱਗਦਾ ਕਿ ਉਹ ਅਗਰ ਥੋੜਾ ਜਿਹਾ ਵੀ ਆ ਰਿਹਾ, ਉਹ ਚੀਜ਼ ਥੋੜੀ ਜਿਹੀ ਵੀ ਆ ਰਹੀ ਹੈ ਤਾਂ ਸਾਨੂੰ ਉਹਨੂੰ ਵਿਰਾਟ ਕਰਨਾ ਚਾਹੀਦਾ, ਉਹਨੂੰ ਵੱਡਾ ਕਰਨਾ ਚਾਹੀਦਾ ਹੈ, ਨਾ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਕਰਕੇ ਫਿਰ ਉਹਨਾਂ ਨੂੰ ਜੇ ਯੰਗਸਟਰਾਂ ਨੂੰ ਇਹ ਲੱਗੇ ਵੀ ਨਹੀਂ ਯਾਰ ਇੱਥੇ ਹਜੇ ਵੀ ਉਹੀ ਪੋਲਿਟਿਕਸ ਚੱਲ ਰਹੀ ਹੈ, ਇੱਕ ਦੂਜੇ ਨੂੰ ਮਾਰਨ ਦੀ, ਸਿੱਟਣ ਦੀ, ਸੱਤੇ ਤੋਂ ਪਾਸੇ ਹਟਾਉਣ ਦੀ, ਇਸ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਜੇ ਚੱਲੇਗੀ ਤਾਂ ਫਿਰ ਸ਼ਾਇਦ ਲੋਕ ਬਰਦਾਸ਼ਤ ਨਹੀਂ ਕਰਨਗੇ। ਦੇਖੋ, ਭਗਵੰਤ ਮਾਨ ਨੇ ਇੱਕੋ ਸਮੇਂ ਦੋ ਧਰਾਵਾਂ ਚੁਣੀਆਂ ਨੇ। ਉਹਨਾਂ ਨੇ ਬਿਕਰਮ ਮਜੀਠੀਆ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ, ਕਿਉਂਕਿ ਹਮਲਾਵਰ ਬਿਕਰਮ ਮਜੀਠੀਆ ਨੇ ਜ਼ਿਆਦਾ ਅਕਾਲੀ ਦਲ 'ਚ, ਉਹੀ ਇਹਨਾਂ ਦੇ ਘੁਟਾਲੇ ਤੇ ਉਹੀ ਇਹਨਾਂ ਦੇ ਬੰਦਿਆਂ ਦੀਆਂ ਵੀਡੀਓ ਵਗੈਰਾ ਲਈ ਫਿਰਦੇ ਆ। ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਕੀ ਕਿਹਾ ਕਿ ਜਿਸ ਦਿਨ ਉੱਥੇ ਜਨਰਲ ਡਾਇਰ ਨੇ ਹਮਲਾ ਕਰਕੇ ਸੈਂਕੜੇ ਲੋਕ ਮਾਰੇ, ਉਸੇ ਦਿਨ ਇਹਨਾਂ ਨੇ ਸ਼ਾਮ ਨੂੰ ਉਹਦਾ ਡਿਨਰ ਕੀਤਾ ਤੇ ਨਾਲ ਹੀ ਉਹਨਾਂ ਨੇ ਦੂਜੀ ਧਾਰਾ, ਗਰਮ ਧਾਰਾ, ਸਿਮਰਨਜੀਤ ਸਿੰਘ ਮਾਨ ਦੇ ਨਾਨੇ ਨੂੰ ਨਿਸ਼ਾਨੇ ਤੇ ਲਿਆ। ਹੁਣ ਦੇਖੋ, ਤੇ ਬਾਅਦ ਚ ਬਿਕਰਮ ਮਜੀਠੀਆ ਜਵਾਬ ਜਦੋਂ ਦਿੰਦੇ ਆ, ਉਹ ਸਿਮਰਨਜੀਤ ਸਿੰਘ ਮਾਨ ਦੇ ਹਵਾਲੇ ਨਾਲ ਕਹਿੰਦੇ ਨੇ। ਉਹ ਸਿਮਰਨਜੀਤ ਸਿੰਘ ਮਾਨ ਦਾ ਹਵਾਲਾ ਦੇ ਕੇ ਮਤਲਬ ਦੋ ਧਰਾਵਾਂ ਮੁੱਖ ਮੰਤਰੀ ਇਕੱਠੀਆਂ ਕਰ ਰਿਹਾ। ਇਹ ਜਾਣੇ ਚ ਨੇ ਜਾਂ ਅਣਜਾਣੇ ਚ ਨੇ, ਇਹ ਜਾਣਬੁੱਝ ਕੇ ਕੀਤਾ ਜਾ ਰਿਹਾ। ਮਤਲਬ ਪੋਲਿਟਿਕਸ ਦਾ ਨਿਰਧਾਰਨ ਹੋ ਰਿਹਾ ਕਿ ਉਹ ਸੰਗਰੂਰ ਦੀ ਹਾਰ ਸਿਮਰਨਜੀਤ ਸਿੰਘ ਮਾਨ ਤੋਂ ਪਹੁੰਚਾ ਨਹੀਂ ਰਹੇ, ਅਕਾਲੀ ਦਲ ਨੂੰ ਉਹ ਟੋਟਲ ਹਾਸ਼ੀਏ ਤੇ ਕਰਕੇ ਉਹ ਜਗ੍ਹਾ ਗ੍ਰੈਬ ਕਰ ਜਾਣਾ ਚਾਹੁੰਦੇ। ਮੈਂ ਇਹ ਸਵਾਲ ਉਠਾ ਰਿਹਾ ਸੀ। ਮੈਂ ਇਹੀ ਕਰ ਰਿਹਾ ਸੀ ਕਿ ਇੱਕ ਜਿਹੜਾ ਮੈਂ ਪਹਿਲਾਂ ਡਿਸਕਸ ਕੀਤਾ, ਉਹ ਇਸ ਸਾਰੇ ਐਪੀਸੋਡ ਦਾ ਇੱਕ ਸੋਸ਼ਲ ਪਹਿਲੂ ਹੈ ਜਾਂ ਸਮਾਜਿਕ ਪਹਿਲੂ ਹੈ, ਇੱਕ ਦੂਜਾ ਪੋਲੀਟੀਕਲ ਪਹਿਲੂ ਵੀ ਹੈਗਾ। ਉਹ ਇਹੀ ਹੈ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਪੋਲੀਟੀਕਲ ਜਦੋਂ ਵੀ ਇਲੈਕਸ਼ਨ ਬਿਲਕੁਲ ਸਿਰ ਤੇ ਹੁੰਦਾ ਹੈ, ਉਦੋਂ ਇਸ ਕਿਸਮ ਦੀ ਰਾਜਨੀਤੀ ਹੁੰਦੀ ਹੈ। ਤੁਸੀਂ ਪਿਛਲਾ ਜਿੰਨਾ ਮਰਜ਼ੀ ਲੰਬਾ ਇਤਿਹਾਸ ਦੇਖ ਲਓ, ਜਦੋਂ ਇਲੈਕਸ਼ਨ ਨੇੜੇ ਜੇ ਆਉਣ ਲੱਗ ਜਾਂਦੇ ਆ, 6-7 ਮਹੀਨੇ ਜਾਂ ਸਾਲ ਰਹਿਣ ਲੱਗਦਾ ਹੈ, ਜਿਹੜਾ ਇਲੈਕਸ਼ਨ ਈਅਰ ਜਿਹਨੂੰ ਅਸੀਂ ਕਹਿੰਦੇ ਆ, ਜਦੋਂ ਅਸੀਂ ਉਹਦੇ ਵਿੱਚ ਐਂਟਰ ਕਰਦੇ ਹਾਂ ਤਾਂ ਆਪਣਾ, ਜਿਵੇਂ ਭਾਸਕਰ ਸਾਹਿਬ ਨੇ ਕਿਹਾ, ਉਦੋਂ ਪੋਲੀਟੀਕਲ ਪਾਰਟੀਆਂ ਆਪਣਾ ਸਭ ਤੋਂ ਵੱਡਾ ਦੁਸ਼ਮਣ ਚੁਣਦੀਆਂ ਨੇ, ਜਿਸ ਤੋਂ ਉਹਨਾਂ ਨੂੰ ਡਰ ਹੁੰਦਾ ਕਿ ਯਾਰ ਇਹ ਕਿਤੇ ਨਾ ਗ੍ਰੈਬ ਕਰ ਜਾਣ। ਬਾਕੀਆਂ ਨੂੰ ਨਹੀਂ ਚੁਣਦੇ, ਬਾਕੀਆਂ ਨੂੰ ਹੌਲੀ ਹੌਲੀ ਸਾਈਡ ਲਾਈਨ ਕਰਦੇ ਰਹਿੰਦੇ, ਲੇਕਿਨ ਚੁਣਦੇ ਉਸੇ ਨੂੰ ਹੈ ਜਿਸ ਤੋਂ ਉਹਨਾਂ ਨੂੰ ਡਰ ਹੁੰਦਾ ਕਿ ਇਹ ਕਿਤੇ ਨਾ ਆ ਜਾਣ। ਇੱਥੇ ਵੀ ਇਹੀ ਹੈ। ਰਾਹਤ ਇੰਦੌਰੀ ਸਾਹਿਬ ਨੇ ਤਾਂ ਬੜਾ ਅੱਛਾ ਕਿਹਾ ਸੀ ਵੀ ਸਰਹੱਦ पे तनाव है क्या। ਉਹ ਇਸੇ
ਸੂਰਤ 'ਚ ਕਿਹਾ ਸੀ, ਕਿਉਂਕਿ ਪਰ ਉਹ ਨੈਸ਼ਨਲ ਪੋਲਿਟਿਕਸ ਦੇ ਸੰਦਰਭ 'ਚ ਸੀਗਾ, ਪਰ ਮੈਂ ਸਟੇਟ ਪੋਲਿਟਿਕਸ ਦੇ ਸੰਦਰਭ 'ਚ ਗੱਲ ਕਰ ਰਿਹਾ। ਇੱਥੇ ਵੀ ਸੇਮ ਹੀ ਹੈ। ਹੁਣ ਅਕਾਲੀ ਦਲ ਨੂੰ ਕਿਉਂ ਚੁਣਿਆ ਜਾ ਰਿਹਾ? ਕਿਉਂਕਿ ਭਗਵੰਤ ਮਾਨ ਹੋਰਾਂ ਨੂੰ ਇਹ ਪਤਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ, ਇਹਨਾਂ ਜਿਹੜੇ ਮਤਲਬ ਨਿਰਾਸ਼ ਹੋਏ ਲੋਕਾਂ ਦੇ ਦਾ ਜਿਹੜਾ ਉਹਨਾਂ ਨੂੰ ਦਿੱਤਾ ਹੈ, ਮਤਲਬ ਫਤਵਾ ਦਿੱਤਾ ਹੈ, ਨਿਰਾਸ਼ ਹੋਏ ਲੋਕਾਂ ਨੇ ਉਹਨਾਂ ਨੂੰ ਜਿਹੜਾ ਫਤਵਾ ਦਿੱਤਾ ਹੈ, ਉਹ ਵਾਪਸ ਵੀ ਜਾ ਸਕਦਾ। ਇਸ ਕਰਕੇ ਵਾਪਸ ਜਾਊਗਾ ਕਿੱਥੇ? ਵਾਪਸ ਜਾਏਗਾ ਉਹ ਆਪਣੀਆਂ ਪਾਰਟੀਆਂ 'ਚ। ਸਭ ਤੋਂ ਜ਼ਿਆਦਾ ਆਇਆ ਕਿੱਥੋਂ ਸੀ? ਸਭ ਤੋਂ ਜ਼ਿਆਦਾ ਆਇਆ ਸੀ ਅਕਾਲੀ ਦਲ ਚੋਂ। ਅਕਾਲੀ ਦਲ ਹੀ ਤਾਂ ਹੀ ਹਾਸ਼ੀਏ ਤੇ ਆ ਕੇ 3 ਸੀਟਾਂ ਤੇ ਖੜਾ ਹੈ ਨਾ ਜੀ, ਕਿਉਂਕਿ ਉਹੀ ਵੋਟ ਬੈਂਕ ਚਲਾ ਗਿਆ ਉਹਨਾਂ ਕੋਲ। ਜੇ ਉਹੀ ਵਾਪਸ ਜਾਂਦਾ ਹੈ ਤਾਂ ਉਹ ਜਿਹੜਾ ਵੋਟ ਬੈਂਕ ਹੈ ਉਹ ਸਾਨੂੰ ਔਖਾ ਕਰੇਗਾ। ਇਸ ਕਰਕੇ ਨਿਸ਼ਾਨੇ ਤੇ ਪਹਿਲਾਂ ਤਾਂ ਅਕਾਲੀ ਦਲ ਨੂੰ ਲਿੱਤਾ ਗਿਆ, ਫਿਰ ਅਕਾਲੀ ਦਲ ਦੇ ਵਿੱਚੋਂ ਕੌਣ ਅੱਗੇ ਆ ਸਕਦਾ, ਫਿਰ ਉਹ ਵੀ ਹੈ। ਉਹਨਾਂ ਨੂੰ ਇਹ ਵੀ ਲੱਗਦਾ ਵੀ ਜਿਹੜਾ ਸੁਖਬੀਰ ਬਾਦਲ ਨੂੰ ਇੰਨਾ ਟਾਰਗੇਟ ਨਹੀਂ ਉਹਨਾਂ ਨੇ ਕੱਲ ਕੀਤਾ, ਟਾਰਗੇਟ ਵੱਡਾ ਉਹਨਾਂ ਦਾ ਵਿਕਰਮ ਮਜੀਠੀਆ ਤੇ ਹੈ। ਕਿਉਂਕਿ ਬਹੁਤ ਵਾਰੀ ਜਦੋਂ ਆਪਾਂ ਇਸ ਤੇ ਵੀ ਆਪਾਂ ਉਂਝ ਵੀ ਇਸ 'ਚ ਵੀ ਗੱਲ ਕਰ ਚੁੱਕੇ ਹਾਂ ਕਿ ਲਗਾਤਾਰ ਪਿਛਲੇ 2 ਟਰਮ ਹਾਰਨ ਤੋਂ ਬਾਅਦ ਅਕਾਲੀ ਦਲ ਦੀ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਲੀਡਰਸ਼ਿਪ ਚੇਂਜ ਕੀਤੀ ਜਾਏ, ਤਾਂ ਚੇਂਜ ਵੀ ਕੀਤੀ ਜਾਏ ਪਰ ਉਸ ਪਰਿਵਾਰ ਕੋਲੇ ਵੀ ਰਹੇ। ਇਸ ਕਸ਼ਮਕਸ਼ ਦੇ ਵਿੱਚ ਚੱਲ ਰਹੀਆਂ ਨੇ ਚੀਜ਼ਾਂ, ਤੇ ਉਹਦੇ ਵਿੱਚ ਫਿਰ ਕੌਣ ਨੇ? ਉਹਦੇ ਕੋਲ ਤੁਹਾਨੂੰ ਸਿਰਫ ਵਿਕਰਮ ਮਜੀਠੀਆ ਹੀ ਦਿਖਣਗੇ, ਤੇ ਵਿਕਰਮ ਮਜੀਠੀਆ ਨੂੰ ਇਸੇ ਕਰਕੇ ਹੀ ਭਗਵੰਤ ਮਾਨ ਨੇ ਨਿਸ਼ਾਨੇ ਤੇ ਲਿੱਤਾ ਹੈ ਕਿ ਮੈਂ ਇਸ ਬੰਦੇ ਨੂੰ ਐਲੀਮੀਨੇਟ ਕਰਾਂ, ਤਾਂ ਕਿ ਜਿਹੜਾ ਮਤਲਬ ਇਹ ਸਾਰਾ ਪਾਵਰ ਸੌਰੀ ਇਹ ਜਿਹੜੇ ਲੋਕ ਹੈ, ਇਹ ਵੋਟ ਬੈਂਕ ਹੈ, ਇਹ ਸਾਰਾ ਆਮ ਆਦਮੀ ਪਾਰਟੀ ਨਾਲ ਖੜੇ, ਜਿਹੜਾ ਕਿ 2024 ਚ ਸਾਨੂੰ ਚੰਗੀਆਂ ਸੀਟਾਂ ਦਵਾ ਦੇ। ਜਿਵੇਂ ਕਿ ਪਹਿਲਾਂ ਉਹਨਾਂ ਨੂੰ 2014 ਚ ਜਿਹੜਾ 4 ਸੀਟਾਂ ਇੱਕ ਤਰ੍ਹਾਂ ਦੀਆਂ ਮਿਲੀਆਂ ਸੀ, ਉਸ ਤਰ੍ਹਾਂ ਦੀ ਮੂਵਮੈਂਟਮ ਇੱਥੇ ਬਣੇ ਤੇ ਸਾਨੂੰ ਜਿੱਤ ਹਾਸਲ ਹੋ ਜੇ। ਸੋ ਮੈਨੂੰ ਇਹ ਸਾਰੇ ਐਪੀਸੋਡ ਚੋਂ ਇਹੀ ਲੱਗਦਾ, ਠੀਕ ਹੈ ਭਾਸਕਰ ਸਾਹਿਬ ਨੇ ਵੀ ਠੀਕ ਗੱਲ ਕਿਹਾ ਕਿ ਨਿਸ਼ਾਨਾ ਵੱਡਾ ਦੁਸ਼ਮਣ ਹੁੰਦਾ, ਛੋਟਾ ਦੁਸ਼ਮਣ ਨਹੀਂ ਰੱਖਿਆ ਜਾ ਸਕਦਾ। ਭਗਵੰਤ ਮਾਨ ਨੇ ਵੀ ਉਹੀ ਗੱਲ ਕੀਤੀ ਹੈ, ਜਿਹਦਾ ਜਵਾਬ ਵਿਕਰਮ ਮਜੀਠੀਆ ਨੇ ਵੀ ਉਸੇ ਟੋਨ 'ਚ ਦਿੱਤਾ ਹੈ, ਕਿਉਂਕਿ ਉਹ ਵੀ ਜਾਣਦੇ ਆ ਕਿ ਪੰਜਾਬੀ ਜਿਹੜੀ ਹੈਗੀ ਹੈ ਉਹੀ ਚੀਜ਼ ਪਸੰਦ ਕਰਦੇ ਆ ਜਦੋਂ ਅਸੀਂ ਬਹੁਤ ਉਹ ਬੋਲਦੇ ਆ ਇੱਕ ਦੂਜੇ ਨੂੰ। ਪਰ ਜਿਹੜੇ ਸਿਆਣੇ ਲੋਕ ਨੇ ਉਹ ਇਸ ਚੀਜ਼ਾਂ ਨੂੰ ਨਹੀਂ ਬਰਦਾਸ਼ਤ ਕਰਦੇ। ਉਹਨਾਂ ਨੂੰ ਲੱਗਦਾ ਕਿ ਨਹੀਂ, ਇਹ ਚੀਜ਼ਾਂ ਟਰੈਕ ਤੋਂ ਹਟਾਈਆਂ ਜਾ ਰਹੀਆਂ, ਜਿਹੜੇ ਪੰਜਾਬ ਦੇ ਰੀਅਲ ਇਸ਼ੂਜ਼ ਨੇ। ਹੁਣ ਅਸੀਂ ਇਹਨਾਂ ਚੀਜ਼ਾਂ ਤੇ ਬੈਠੇ ਹਾਂ, ਧਰਨੇ ਲੱਗੇ ਪਏ ਨੇ, ਫਿਰ ਦੁਬਾਰਾ ਮੁਕੇਰੀਆਂ ਹਾਈਵੇ ਤੇ। ਸਾਡਾ ਲੋਕਾਂ ਨਾਲ ਸਰੋਕਾਰ ਕੀ ਹੈ? ਉਹ ਕਿ ਇਸ ਤਰ੍ਹਾਂ ਦੀ ਪੋਲਿਟਿਕਸ। ਦੂਜਾ, ਮਿਨਿਸਟਰੀਅਲ ਸਟਾਫ ਤੁਸੀਂ ਉਸ ਦਿਨ ਕਰਕੇ ਹਟਿਓ ਕਿ ਕਿੰਨੇ ਦਿਨਾਂ ਤੋਂ 18ਵੇਂ ਦਿਨ 'ਚ ਸੀ, ਉਹ ਅੱਜ 5 ਦਿਨ ਜੇ ਉਸ ਤੋਂ ਬਾਅਦ ਵੀ ਹੋ ਗਿਆ, ਹੁਣ ਅੱਜ 23ਵੇਂ 24ਵੇਂ ਦਿਨ 'ਚ ਹੋ ਗਿਆ, ਤਨਖਾਹਾਂ ਰੁਕ ਗਿਆ। ਤਾਂ ਇਹ ਚੀਜ਼ਾਂ ਲੋਕਾਂ ਦੀਆਂ ਨੇ, ਜਿਨ੍ਹਾਂ ਨੂੰ ਲੋਕਾਂ ਨੇ ਇਹਨਾਂ ਨੇ ਹੱਲ ਕਰਨਾ। ਉਧਰ ਵੱਲ ਅਸੀਂ ਨਹੀਂ ਵੱਧ ਰਹੇ। ਤੁਸੀਂ ਕਾਫੀ ਚੀਜ਼ਾਂ ਕਲੀਅਰ ਕੀਤੀਆਂ ਨੇ, ਪਰ ਮੈਂ ਕਈ ਚੀਜ਼ਾਂ ਤੇ ਤੁਹਾਡੇ ਨਾਲੋਂ ਡਿਫਰ ਕਰਦਾ ਹਾਂ। ਭਾਸਕਰ ਸਾਹਿਬ ਇਹਦੇ 'ਚ ਆਪਣਾ ਵਿਊ ਪੁਆਇੰਟ ਜ਼ਰੂਰ ਦੇਣ। ਮੈਂ ਇਹ ਸਮਝਦਾ ਹਾਂ ਕਿ ਅਕਾਲੀ ਦਲ ਤੇ ਹਮਲਾ ਕੋਈ ਇਸ ਕਰਕੇ ਨਹੀਂ ਕੀਤਾ ਕਿ ਭਗਵੰਤ ਮਾਨ ਨੂੰ ਅਕਾਲੀ ਦਲ ਤੋਂ ਡਰ ਆ ਰਿਹਾ। ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਲੋਕਾਂ ਨੂੰ ਰਿਜੈਕਟ ਕਰਕੇ ਤੇ ਭਗਵੰਤ ਮਾਨ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਵੋਟਾਂ ਪਈਆਂ, ਇਹਨਾਂ ਦੇ ਨਾਕਾਮ ਹੋਣ ਤੋਂ ਵੋਟ ਦਾ ਵਾਪਸ ਮੁੜਨ ਦਾ ਖਤਰਾ ਹੈ। ਮੈਨੂੰ ਲੱਗਦਾ ਐਸੀ ਸਥਿਤੀ ਭਗਵੰਤ ਮਾਨ ਤੋਂ ਵੋਟ ਵਾਪਸ ਤਾਂ ਮੁੜ ਸਕਦੀ ਹੈ, ਪਰ ਅਕਾਲੀ ਦਲ ਜਿੰਨਾ ਪਰਿਸਥਿਤੀਆਂ ਚੋਂ ਪਿਛਾਂ ਗਿਆ ਉਹ ਬਦਲੀਆਂ ਨਹੀਂ। ਲੀਡਰਸ਼ਿਪ ਤੇ ਉਹੀ ਤੌਰ ਤਰੀਕੇ, ਉਸੇ ਹੀ ਜਗ੍ਹਾ ਤੇ ਅਕਾਲੀ ਦਲ ਖੜਾ, ਉਹਨੇ ਆਪਣੇ 'ਚ ਕੋਈ ਤਬਦੀਲੀ ਨਹੀਂ ਕੀਤੀ। ਇਸ ਕਰਕੇ ਉਹ ਜਿਹੜੀ ਫੋਕਸ ਕਰਨ ਵਾਲੀ ਚੀਜ਼ ਉਹੀ ਆ। ਲੋਕਾਂ ਨੂੰ ਇੱਕ ਯਾਦ ਕਰਾਉਣ ਦਾ ਤਰੀਕਾ ਵੀ ਹੁੰਦਾ ਆ ਕਿ ਜਿਨ੍ਹਾਂ ਨੂੰ ਤੁਸੀਂ ਰੱਦ ਕਰਕੇ ਆਏ ਹੋ ਕਿ ਉਹ ਉੱਥੋਂ ਅੱਗੇ ਵਧੇ ਨੇ, ਉਹਨਾਂ ਨੇ ਆਪਣਾ ਬਿਹੇਵੀਅਰ ਚੇਂਜ ਕੀਤਾ, ਉਹਨਾਂ ਦਾ ਐਟੀਟਿਊਡ ਬਦਲਿਆ, ਕਿ ਉਹਨਾਂ ਨੇ ਆਪਣੀ ਲੀਡਰਸ਼ਿਪ ਤੋਂ ਲੈ ਕੇ ਨੀਤੀਆਂ ਬਦਲੀਆਂ। ਸੋ ਮੈਂ ਜਿਹੜੀ ਗੱਲ ਭਾਸਕਰ ਸਾਹਿਬ ਇੱਥੇ ਸਮਝਣਾ ਚਾਹ ਰਿਹਾ ਸੀਗਾ ਕਿ ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ ਵਾਲੀ ਮਾਨਸਿਕਤਾ, ਕਿ ਉਹਨਾਂ ਨੇ ਉਹੀ ਜਗ੍ਹਾ ਤੇ ਸੱਟ ਮਾਰੀ ਆ ਕਿ ਉਹ ਅਜੇ ਉੱਥੇ ਹੀ ਖੜੇ ਆ। ਸੋ ਮੈਂ ਇੱਕ ਬਹੁਤ ਛੋਟੀ ਜਿਹੀ ਟਿੱਪਣੀ ਭਾਸਕਰ ਸਾਹਿਬ ਇੱਥੇ ਚਾਹੂੰਗਾ ਕਿ ਜਦੋਂ ਪੋਲਿਟਿਕਸ ਵਿੱਚ ਕਾਂਗਰਸ ਨੂੰ ਨਹੀਂ ਚੁਣ ਰਹੇ ਭਗਵੰਤ ਮਾਨ, ਤਾਂ ਉਹ ਗੱਠਜੋੜ ਦਾ ਵੀ ਅਸਰ ਹੈ। ਦੂਜੀ ਗੱਲ, ਉਹ ਕਾਂਗਰਸ ਦੇ ਵਿੱਚੋਂ ਕਿਹਨੂੰ ਚੁਣਨ ਹਮਲਾ ਕਰਨ ਲਈ, ਕਿਉਂਕਿ ਕੋਈ ਵੀ ਪ੍ਰਭਾਵੀ ਨਹੀਂ ਰਿਹਾ। ਸੋ ਇਹ ਇੱਕ ਰਣਨੀਤੀ ਤੇ ਰਾਜਨੀਤੀ ਵੀ ਹੈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਅਕਾਲੀ ਦਲ ਤੋਂ ਡਰ ਲੱਗਦਾ ਹੈ, ਇਸ ਕਰਕੇ ਭਗਵੰਤ ਮਾਨ ਉਹਨਾਂ ਅਕਾਲੀ ਦਲ ਦੇ ਉੱਤੇ ਅਟੈਕ ਕਰ ਰਹੇ ਨੇ। ਮੈਂ ਵੀ ਇਸ ਗੱਲ ਤੋਂ ਇਤਫਾਕ ਨਹੀਂ ਰੱਖਦਾ। ਕਾਰਨ ਕਿ 1.5 ਸਾਲ ਹੋ ਗਿਆ ਸਰਕਾਰ ਬਣੇ ਹੋਏ, 1.5 ਸਾਲ ਤੋਂ ਉੱਤੇ ਹੀ ਹੋ ਗਿਆ। ਇਸ 1.5 ਸਾਲ ਦੇ ਵਿੱਚ ਹਮੇਸ਼ਾ ਤੋਂ ਭਗਵੰਤ ਮਾਨ ਉਹਨਾਂ ਦੇ ਉੱਤੇ ਇਹੀ ਐਲੀਗੇਸ਼ਨ ਲੱਗਦਾ, ਐਲੀਗੇਸ਼ਨ ਨਹੀਂ, ਉਹਨਾਂ ਦੇ ਉੱਤੇ ਇਹ ਗੱਲ ਚੱਲਦੀ ਹੈ ਕਿ ਉਹ ਕਾਂਗਰਸੀਆਂ ਦੇ ਖਿਲਾਫ ਤੇ ਐਕਸ਼ਨ ਲੈ ਰਹੇ ਨੇ।
ਭਾਵੇਂ ਵਿਜੀਲੈਂਸ ਬਿਊਰੋ ਹੋਏ, ਉਹ ਕਾਂਗਰਸੀਆਂ ਪੂਰਵ ਮੰਤਰੀਆਂ ਦੇ ਖਿਲਾਫ ਤੇ ਐਕਸ਼ਨ ਲੈਂਦਾ ਸੀ, ਅਕਾਲੀਆਂ ਨੂੰ ਛੂਆ ਤੱਕ ਨਹੀਂ ਸੀ। ਔਰ ਅੱਜ ਜਿੱਥੇ ਗੱਲ ਖੜੀ ਹੈ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗਠਬੰਧਨ ਲਗਭਗ ਤੈਅ ਹੈ ਕਿ ਹੋਣਾ ਹੀ ਹੋਣਾ, ਕਿਉਂਕਿ ਕੇਂਦਰੀ ਲੀਡਰਸ਼ਿਪ ਉਸ ਪਾਸੇ ਅੱਗੇ ਵੱਧ ਰਹੀ ਹੈ। ਇਦਾਂ ਦੇ ਹਾਲਾਤ ਦੇ ਵਿੱਚ ਹੁਣ ਦੁਸ਼ਮਣ ਅਟੈਕ ਕਿੱਥੇ ਕਰਨਗੇ? ਕਿਉਂਕਿ ਜਦ ਪੋਲੀਟੀਕਲ ਗਰਾਊਂਡ ਦੇ ਉੱਤੇ ਗੱਲ ਹੁੰਦੀ ਹੈ ਤੇ ਅਟੈਕ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਗੱਲਾਂ ਕਿਹਦੇ ਖਿਲਾਫ ਕਰੋਗੇ? ਉਹਦੀ ਇੱਕ ਸਟੇਜ ਤਿਆਰ ਕੀਤੀ ਜਾ ਰਹੀ ਹੈ। ਔਰ ਅਕਾਲੀ ਦਲ, ਅਗਰ ਇਹ ਅਲਾਈਅੰਸ ਹੁੰਦਾ ਹੈ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ, ਤੇ ਇਹ ਦੋਨੋਂ ਪਾਰਟੀਆਂ ਅਟੈਕ ਕਿੱਥੇ ਕਰਨਗੀ? ਬੀਜੇਪੀ ਚੌਥੇ ਨੰਬਰ ਤੇ ਹੈ ਅਜੇ ਤੱਕ, ਔਰ ਬੀਜੇਪੀ ਦੀ ਗੱਲ ਬਹੁਤੀ ਪੰਜਾਬ ਦੇ ਵਿੱਚ ਬਣ ਨਹੀਂ ਰਹੀ, ਤੇ ਦੁਸ਼ਮਣ ਤੇ ਇਕੱਲਾ ਹੀ ਬਚਿਆ ਨਾ ਅਕਾਲੀ ਦਲ। ਜੇ ਉਹਦੇ ਤੋਂ ਹਜੇ ਹੀ ਗੋਲੀਆਂ ਚਲਾਉਣੀਆਂ, ਪੋਲੀਟੀਕਲ ਗੋਲੀਆਂ ਚਲਾਉਣ ਦੀ ਤਿਆਰੀਆਂ ਕਰੋਗੇ, ਤਾਂ ਹੀ ਕਰਕੇ ਇਹ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲੇ ਇੱਕ ਸਟੇਜ ਸੈੱਟ ਹੋਏਗੀ। ਮੈਨੂੰ ਇਹ ਲੱਗਦਾ ਹੈ ਕਾਰਨ ਤੇ ਸਿਰਫ ਇਹੀ ਹੈ ਅਕਾਲੀ ਦਲ ਦੇ ਉੱਤੇ, ਔਰ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ। ਅਕਸਰ ਤੁਸੀਂ ਦੇਖਿਆ ਹੋਵੇਗਾ, ਭਾਵੇਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ, ਉਹ ਜਿਸ ਤਰ੍ਹਾਂ ਤੇ ਅਟੈਕ ਕਰਦੇ ਨੇ, ਔਰ ਜਦ ਬਿਕਰਮ ਸਿੰਘ ਮਜੀਠੀਆ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਸਰਕਾਰ ਦੇ ਖਿਲਾਫ, ਉਹ ਆਪਣੇ ਆਪ ਵਿੱਚ ਬੜੀ ਤਲਖੀ ਵਾਲੀ ਹੁੰਦੀ ਹੈ, ਔਰ ਕਈ ਵਾਰ ਤੇ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਵੀ ਅੱਗੇ ਵਧਦੇ ਨੇ। ਤੇ ਯਾਨੀ ਸਰਕਾਰ ਨੂੰ ਪਰੇਸ਼ਾਨੀ ਬਿਕਰਮ ਸਿੰਘ ਮਜੀਠੀਆ ਤੋਂ ਤੇ ਹੋ ਸਕਦੀ ਹੈ, ਪਰ ਅਕਾਲੀ ਦਲ ਤੋਂ ਇੰਨੀ ਪਰੇਸ਼ਾਨੀ ਹੈ, ਇਹ ਗੱਲ ਹਜੇ ਤੱਕ ਤੇ ਸਮਝ ਤੋਂ ਬਾਹਰ ਹੈ। ਪਰ ਹਾਂ, ਸਟੇਜ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਅਟੈਕ ਇਸ ਕਰਕੇ ਕੀਤਾ ਭਗਵੰਤ ਮਾਨ ਉਹਨਾਂ ਨੇ, ਕਿਉਂਕਿ ਜਿਸ ਤਲਖੀ ਨਾਲ ਉਹ ਸਰਕਾਰ ਨੂੰ ਅਕਸਰ ਘੇਰਦੇ ਨੇ, ਉਹਨਾਂ ਦੇ ਉੱਤੇ ਸਵਾਲ ਖੜੇ ਕਰਕੇ ਉਹਨਾਂ ਦੀ ਇੱਕ ਤਰੀਕੇ ਨਾਲ ਬੋਲਤੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਬਿਕਰਮ ਸਿੰਘ ਮਜੀਠੀਆ ਉਹਨਾਂ ਜਿਸ ਟੋਨ ਦੇ ਵਿੱਚ ਕੱਲ ਜਵਾਬ ਦਿੰਦੇ ਨੇ, ਉਹ ਵੀ ਆਪਣੇ ਆਪ ਵਿੱਚ ਬੜੀ ਇੱਕ ਤਲਖੀ ਵਾਲੀ ਗੱਲ ਹੈਗੀ ਹੈ। ਔਰ ਅਰਬੀ ਘੋੜੇ ਛਾਤੀ ਤੇ ਪੈਣਗੇ, ਕਈ ਚੀਜ਼ਾਂ। ਔਰ ਜਿਸ ਤਰ੍ਹਾਂ ਤੁਸੀਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਲ ਕੀਤੀ, ਉਹਨਾਂ ਦੇ ਦੁਆਰਾ ਯੂਜ਼ ਕੀਤਾ ਹੋਇਆ ਸ਼ਬਦ ਭਗਵੰਤ ਮਾਨ ਤੋਂ ਉਹਨਾਂ ਦੇ ਮੂੰਹ 'ਚ ਹੀ ਪਾ ਕੇ ਉਹਨਾਂ ਨੇ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਕਹਿ ਵੀ ਰਿਹਾ। ਇਹ ਸਾਰੀ ਚੀਜ਼ਾਂ ਇੱਕ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ ਜਿਹੜੀ ਪੋਲੀਟੀਕਲ ਟੋਨ ਸੈੱਟ ਕਰਨੀ ਹੁੰਦੀ ਹੈ ਨਾ ਪੰਜਾਬ ਦੇ ਵਿੱਚ, ਉਹਦੀ ਟੋਨ ਸੈੱਟ ਕਰਨ ਦੀ ਤਿਆਰੀਆਂ ਹੈਗੀ। ਜਦੋਂ ਵਿਕਰਮ ਮਜੀਠੀਆ ਨੇ ਸਾਲੇ ਜੀਜੇ ਵਾਲੀ ਗੱਲ ਦੇ ਉੱਤੇ ਭਗਵੰਤ ਮਾਨ ਦੀ ਪੁੱਤਰੀ ਨਾਲ ਉਹਨਾਂ ਦਾ ਨਾਂ ਜੋੜਿਆ, ਤਾਂ ਮੈਨੂੰ ਲੱਗਦਾ ਕਿ ਇਹ ਭਗਵੰਤ ਮਾਨ ਲਈ ਉਵੇਂ ਹੀ ਆ ਜਿਵੇਂ ਕੋਈ ਸ਼ੀਸ਼ੇ ਦੇ ਘਰ 'ਚ ਬੈਠਾ ਪੱਥਰ ਮਾਰ ਰਿਹਾ ਹੋਵੇ। ਸੋ ਮੈਨੂੰ ਲੱਗਦਾ ਵਿਕਰਮ ਮਜੀਠੀਆ ਨੇ ਉਹੀ ਲਹਿਜਾ ਫੜਿਆ ਤੇ ਸਿਆਸਤ ਵਿੱਚ ਇਹੀ ਹੁੰਦਾ ਹੈ। ਪਰ ਇੱਕ ਗੱਲ ਬੜੀ ਅਹਿਮ ਆ ਕਿ ਸਿਆਸਤ ਪੰਜਾਬ ਦੀ ਵਿੱਚ ਕੋਈ ਨਾ ਕੋਈ ਨਾਇਕ ਤੇ ਕੋਈ ਨਾ ਕੋਈ ਖਲਨਾਇਕ ਰਹਿੰਦਾ, ਔਰ ਹੁੰਦਾ ਉਹ ਵਿਅਕਤੀਗਤ ਰੂਪ 'ਚ, ਵਿਚਾਰਧਾਰਕ ਨਹੀਂ ਹੁੰਦਾ, ਨਾ ਉਹ ਪਾਰਟੀ ਦੇ ਪੱਧਰ ਤੇ ਹੁੰਦਾ। ਸੋ ਨਵਜੋਤ ਸਿੰਘ ਸਿੱਧੂ ਵਾਲਾ ਹੀਰੋਇਜ਼ਮ ਪਾਸੇ ਜਾਣ ਤੋਂ ਬਾਅਦ ਭਗਵੰਤ ਮਾਨ ਉਹ ਸਪੇਸ ਗ੍ਰਹਿਣ ਲਈ ਵਿਅਕਤੀਗਤ ਤੌਰ ਤੇ ਵੀ ਬੜੇ ਕਾਹਲੇ ਆ। ਪਰ ਭਾਸਕਰ ਸਾਹਿਬ, ਇਸ ਤੋਂ ਗਾਂਹ ਚੱਲੀਏ, ਵੈਸੇ ਅੱਜ ਗੁਰਦਾਸਪੁਰ 'ਚ ਰੈਲੀ ਆ, ਕੀ ਭਗਵੰਤ ਮਾਨ ਕੱਲ ਵਾਲੀ ਟੋਨ ਤੋਂ ਹੀ ਅੱਗੇ ਸੈੱਟ ਕਰਨਗੇ ਆਪਣਾ ਨੈਰੇਟਿਵ, ਅੱਗੇ ਵਧਣਗੇ? ਇਹ ਵੇਖਣਾ ਬੜਾ ਦਿਲਚਸਪ ਹੋਊਗਾ। ਪਰ ਮੈਂ ਤੁਹਾਡੇ ਨਾਲ ਚੱਲਦਾ ਹਾਂ। ਨਿਖਿਲ ਗੁਪਤਾ ਜਿਹੜਾ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਜਿੱਥੇ ਹੁੰਦਾ, ਨਾਕਾਮ ਹੁੰਦੀ ਆ ਯੂਐਸ ਏਜੰਸੀਆਂ ਵੱਲੋਂ, ਉਹਦੇ ਵਿੱਚ ਹੁਣ ਜਿਹੜਾ ਫਰਦਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਉਹਨੂੰ ਅੱਗੇ ਵਧਾ ਦਿਓ। ਰੰਧਾਵਾ ਜੀ, ਕੱਲ ਅਸੀਂ ਜੂਨ 30 ਤੱਕ ਦੀ ਗੱਲ ਕੀਤੀ ਸੀ, ਜਦ ਚੈੱਕ ਰਿਪਬਲਿਕ ਦੇ ਵਿੱਚ ਨਿਖਿਲ ਗੁਪਤਾ ਅਰੈਸਟ ਹੋ ਜਾਂਦਾ, ਔਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹਦਾ ਵੀ ਜ਼ਿਕਰ ਅਸੀਂ ਕੱਲ ਕੀਤਾ ਸੀਗਾ। ਹੁਣ ਜੂਨ 30 ਤੋਂ ਬਾਅਦ ਹੁੰਦਾ ਕੀ ਹੈ? ਜਦ ਚੈੱਕ ਰਿਪਬਲਿਕ ਦੇ ਵਿੱਚ ਨਿਖਿਲ ਗੁਪਤਾ ਅਰੈਸਟ ਹੋ ਜਾਂਦਾ, ਉਸ ਤੋਂ ਬਾਅਦ ਉੱਥੇ ਦੀ ਅਥਾਰਟੀ ਇੰਡੀਅਨ ਐਮਬੈਸੀ ਨੂੰ ਦੱਸਦੀ ਹੈ ਵੀ ਤੁਹਾਡਾ ਇੱਕ ਨੈਸ਼ਨਲ ਅਸੀਂ ਫੜ ਲਿਆ, ਕਿਸ ਕੇਸ ਦੇ ਵਿੱਚ ਫੜਿਆ ਇਹ ਵੀ ਨਹੀਂ ਦੱਸਦੀ। ਔਰ ਜਦ ਇੰਡੀਅਨ ਐਮਬੈਸੀ ਦੇ ਵਿੱਚ ਇੱਕ ਰੂਟੀਨ ਜਿਹਾ ਹੈ ਕਿ ਕੋਈ ਵੀ ਅਗਰ ਕਿਸੇ ਕੰਟਰੀ ਦਾ ਫੜਿਆ ਜਾਂਦਾ ਜਾਂ ਭਾਰਤ ਦਾ ਫੜਿਆ ਜਾਂਦਾ ਤੇ ਭਾਰਤ ਦੀ ਐਮਬੈਸੀ ਉਹਦੀ ਡਿਟੇਲਸ ਚੈੱਕ ਕਰਕੇ ਇਹ ਗੱਲ ਕਨਫਰਮ ਕਰਦੀ ਹੈ ਕਿ ਇਹ ਸਾਡਾ ਹੀ ਸਿਟੀਜ਼ਨ ਹੈ। ਉਹ ਸਭ ਕੁਝ ਬੜੀ ਨਾਰਮਲ ਪ੍ਰੈਕਟਿਸ ਦੇ ਵਿੱਚ ਹੋਇਆ, ਔਰ ਉਸ ਵਕਤ ਤੱਕ ਯੂਐਸ ਏਜੰਸੀ ਜਾਂ ਚੈੱਕ ਰਿਪਬਲਿਕ ਇਹ ਨਹੀਂ ਦੱਸਦੀ ਕਿ ਕਿਸ ਕੇਸ ਦੇ ਵਿੱਚ ਨਿਖਿਲ ਗੁਪਤਾ ਨੂੰ ਫੜਿਆ। ਕਾਰਨ ਕਿ ਜਦ ਉਹ ਜਿਹੜੀ ਰਿਪੋਰਟ ਸੀਗੀ ਜਸਟਿਸ ਡਿਪਾਰਟਮੈਂਟ ਦੀ, ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਯੂਐਸ ਦੇ ਕਹਿਣ ਤੇ ਚੈੱਕ ਰਿਪਬਲਿਕ ਨੇ ਨਿਖਿਲ ਗੁਪਤਾ ਨੂੰ ਫੜਿਆ, ਪਰ ਨਿਖਿਲ ਗੁਪਤਾ ਨੂੰ ਫੜੇ ਜਾਣ ਦੀ ਗੱਲ ਇੰਡੀਅਨ ਐਮਬੈਸੀ ਨੂੰ ਨਹੀਂ ਦੱਸੀਗੀ। ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਉਸ ਤੋਂ ਬਾਅਦ ਇੱਕ ਯੂਐਸ ਆਫੀਸ਼ੀਅਲ ਅਕਤੂਬਰ ਦੇ ਮਹੀਨੇ ਦੇ ਵਿੱਚ ਭਾਰਤ ਆਉਂਦਾ, ਔਰ ਉਸ ਵਿਜ਼ਿਟ ਦੇ ਦੌਰਾਨ ਇਹ ਗੱਲਾਂ ਅੱਗੇ ਵਧਦੀ ਹੈ। ਯਾਨੀ ਔਰ ਪੂਰੇ ਐਪੀਸੋਡ ਦੇ ਵਿੱਚ ਜੇ ਯੂਐਸ ਦੇ ਕਹਿਣ ਦੇ ਵਿੱਚ ਨਿਖਿਲ ਗੁਪਤਾ ਨੂੰ ਫੜਿਆ ਗਿਆ ਸੀਗਾ, ਤੇ ਜੂਨ 30 ਤੋਂ ਲੈ ਕੇ ਮਿਡ ਨਵੰਬਰ ਤੱਕ ਉਹ ਚੈੱਕ ਰਿਪਬਲਿਕ ਦੀ ਜੇਲ੍ਹ ਦੇ ਵਿੱਚ ਹੀ ਰਹਿੰਦਾ ਹੈ। ਯਾਨੀ ਨਵੰਬਰ ਮਿਡ ਦੇ ਵਿੱਚ, ਨਵੰਬਰ ਮਿਡ ਮੈਂ ਇਸ ਕਰਕੇ ਕਹਿ ਰਿਹਾ ਕਿ ਮਿਡ ਨਵੰਬਰ 15 ਤਰੀਕ ਲਾ ਲਓ ਤੁਸੀਂ, 18 ਤਰੀਕ ਨੂੰ ਇੰਡੀਅਨ ਗਵਰਨਮੈਂਟ ਪੈਨਲ ਬਣਾ ਦਿੰਦੀ ਹੈ, ਕਮੇਟੀ ਬਣਾ ਦਿੰਦੀ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ, ਔਰ ਨਵੰਬਰ 22 ਨੂੰ ਲੰਡਨ ਦੇ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਇਹ ਖਬਰ ਛਪਦੀ ਹੈ ਕਿ ਇੰਡਾਈਟ ਹੋ ਗਿਆ। ਯਾਨੀ ਇਸ ਪੂਰੇ ਪ੍ਰੋਸੈਸ ਦੇ ਵਿੱਚ ਸਬੂਤ ਇਕੱਠੇ ਕੀਤੇ ਜਾ ਰਹੇ ਸੀ,
ਔਰ ਉਹ ਸਬੂਤ ਜੂਨ 30 ਤੋਂ ਪਹਿਲੇ ਨਿਖਿਲ ਗੁਪਤਾ ਦੇ ਖਿਲਾਫ ਅਗਰ ਸੀਗੇ ਤੇ ਫਿਰ ਉਸ ਮੁੱਦੇ ਦੇ ਉੱਤੇ ਉਹਨੂੰ ਇੰਡਾਈਟ ਉਸ ਟਾਈਮ ਕਿਉਂ ਨਹੀਂ ਕੀਤਾ ਗਿਆ? ਇਹ ਸਵਾਲ ਇਸ ਮੁੱਦੇ ਤੇ ਖੜਾ ਹੋ ਰਿਹਾ। ਔਰ ਜਦ ਯੂਐਸ ਸੈਕਟਰੀ ਕੱਲ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ, ਉਹਨਾਂ ਨੇ ਇਹ ਤੇ ਕਿਹਾ ਕਿ ਜਿਹੜਾ ਪੈਨਲ ਇੰਡੀਅਨ ਗਵਰਨਮੈਂਟ ਨੇ ਬਣਾਇਆ ਉਹਦੇ ਨਾਲ ਅਸੀਂ ਸੈਟੀਸਫਾਈਡ ਆ, ਪਰ ਬਹੁਤਾ ਕੇਸ ਦੀ ਡਿਟੇਲ ਉਹਨਾਂ ਨੇ ਇਨਕਾਰ ਕੀਤਾ ਕਿਉਂਕਿ ਮਾਮਲਾ ਸਬ ਜੁਡਿਸ ਹੈਗਾ। ਹੁਣ ਇਹ ਮਾਮਲਾ ਅੱਗੇ ਕਿੱਥੇ ਤੱਕ ਜਾਂਦਾ ਹੈ, ਖਾਸ ਕਰਕੇ ਜਦ ਯੂਐਸ ਸੈਕਟਰੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਬਹੁਤ ਸੀਰੀਅਸ ਹੈਗੇ ਹਾਂ, ਵੀ ਆਰ ਸੀਰੀਅਸਲੀ ਟੇਕਿੰਗ ਦਿਸ ਮੈਟਰ ਫਰਦਰ। ਹੁਣ ਇੱਦਾਂ ਦੇ ਹਾਲਾਤ ਦੇ ਵਿੱਚ ਅੱਗੇ ਚੱਲ ਕੇ ਕੀ ਹੋਏਗਾ? ਤਲਖੀ ਵਧੇਗੀ ਕਿਉਂਕਿ ਯੂਐਸ ਦਾ ਸੈਟੀਸਫਾਈਡ ਹੋਣਾ ਔਰ ਨਿਖਿਲ ਗੁਪਤਾ ਦੀ ਅਰੈਸਟ ਦੇ ਉੱਤੇ ਇੰਡਾਈਟ ਹੋਣ ਤੋਂ ਪਹਿਲੇ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਗਈ ਉਹ ਭਾਰਤ ਤੋਂ ਹੀ ਇਕੱਠੀ ਕੀਤੀ ਗਈ। ਹਜੇ ਤੱਕ ਜਿਹੜਾ CC1 ਹੈ, ਜੋ ਇੰਡੀਅਨ ਇੰਟੈਲੀਜੈਂਸ ਆਫੀਸਰ, ਉਹਦਾ ਨਾਂ ਸਾਹਮਣੇ ਨਹੀਂ ਆਇਆ। ਹੁਣ ਉਸ ਨਾਂ ਦੇ ਉੱਤੇ ਇੰਡੀਅਨ ਗਵਰਨਮੈਂਟ ਕੀ ਕਰਦੀ ਹੈ ਕਿ ਵਾਕਈ ਅਗਰ ਇੰਡੀਅਨ ਗਵਰਨਮੈਂਟ ਨੂੰ ਇਹ ਪਤਾ ਹੁੰਦਾ ਕਿ ਨਿਖਿਲ ਗੁਪਤਾ ਸਾਡੇ ਪੇਰੋਲ ਦੇ ਵਿੱਚ ਹੈ ਜਾਂ ਉਹਨੂੰ ਆਪਾਂ ਅਸਾਈਨ ਕੀਤਾ ਹੋਇਆ ਹੈ, ਤੇ ਫਿਰ ਉਹ ਚੈੱਕ ਰਿਪਬਲਿਕ ਦੇ ਵਿੱਚ ਉਹਦੀ ਅਰੈਸਟ ਦੇ ਉੱਤੇ ਉਹਦਾ ਸਾਥ ਦਿੰਦੀ। ਕਿਉਂ ਨਹੀਂ ਸਾਥ ਦਿੱਤਾ ਗਿਆ? ਇਹ ਸਵਾਲ ਹੁਣ ਉੱਤੇ ਆ ਕੇ ਖੜੇ ਹੋਏ ਨੇ, ਪਰ ਇਹਨਾਂ ਸਵਾਲਾਂ ਦਾ ਜਵਾਬ ਮਿਲਣਾ ਹਜੇ ਬਾਕੀ ਹੈ। ਨਿਖਿਲ ਗੁਪਤਾ ਨੂੰ ਨਸ਼ਾ ਤਸਕਰ ਦੇ ਰੂਪ ਵਿੱਚ ਵੀ ਅੱਗੇ ਵਧਦਿਆਂ ਆਪਾਂ ਦੇਖਦੇ ਹਾਂ। ਇੱਕ ਅਦਾਲਤੀ ਪੇਪਰ ਅਕਸਰ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਊਗਾ, ਤੇ ਨਿਖਿਲ ਗੁਪਤਾ ਜੇਕਰ ਚੈੱਕ ਰਿਪਬਲਿਕ ਦੇ ਵਿੱਚ ਅਰੈਸਟ ਸੀਗਾ ਔਰ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਹੋਈ ਉੱਥੇ, ਜਾਂ ਫਿਰ ਭਾਸਕਰ ਸਾਹਿਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇੰਨਾ ਚਿਰ ਕਿਉਂ ਉਹਨੂੰ ਇੰਡਾਈਟ ਨਹੀਂ ਪਹਿਲਾਂ ਕੀਤਾ ਗਿਆ, ਤਾਂ ਇਹਨਾਂ ਏਜੰਸੀਆਂ ਦਾ ਇੱਕ ਤਰੀਕਾ ਹੈ ਕਿ ਉਹ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਨੇ ਔਰ ਕਈ ਪੱਧਰਾਂ ਦੇ ਉੱਤੇ ਇਹ ਪ੍ਰਕਿਰਿਆ ਸਾਰੀ ਪੂਰੀ ਕੀਤੀ ਗਈ ਹੋਊਗੀ। ਜਿਹੜੀ ਗੱਲ ਤੁਸੀਂ ਕਿਸੇ ਇੰਡੀਅਨ ਅਧਿਕਾਰੀ ਦੀ ਕਰ ਰਹੇ ਹੋ ਜਿਹਦਾ ਜ਼ਿਕਰ CRPF ਦੇ ਅਧਿਕਾਰੀ ਵਜੋਂ ਹੁੰਦਾ ਹੈ, ਇਹ ਹੁਣ ਚੀਜ਼ਾਂ ਕਿਉਂਕਿ ਸੈਟੀਸਫੈਕਟਰੀ ਜਾਂ ਦੋਨੇ ਪਾਸਿਓਂ ਵੀ ਅਸੀਂ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਹਾਂ ਤੇ ਸਾਰਾ ਕੁਝ ਹੈ, ਇਹ ਹੁਣ ਅਗਲੇ ਦਿਨਾਂ ਦੇ ਵਿੱਚ ਕਿਵੇਂ ਨਜਿੱਠਿਆ ਜਾਂਦਾ ਇਹਦੇ ਤੇ ਨਜ਼ਰ ਰਹੂਗੀ। ਇਹ ਕੈਨੇਡਾ ਨਾਲ ਵੀ ਮਾਮਲਾ ਜੁੜ ਗਿਆ ਔਰ ਇਹ ਜੁੜੇ ਹੋਏ ਤੱਥ ਅੱਗੇ ਜਾ ਕੇ ਵਿਸਫੋਟਕ ਹੁੰਦੇ ਵੀ ਆ ਕਿ ਨਹੀਂ, ਜਾਂ ਇਹਨੂੰ ਕੂਟਨੀਤਿਕ ਤਰੀਕੇ ਨਾਲ ਐਡਰੈਸ ਕਰ ਲਿਆ ਜਾਂਦਾ, ਇਹ ਅਹਿਮ ਸਵਾਲ ਆ। ਆਪਾਂ ਇਹਨੂੰ ਛੱਡਦੇ ਆ, ਅੱਗੇ ਜੋ ਵੀ ਪ੍ਰੋਗਰੈਸ ਹੋਊਗੀ ਉਹਦੇ ਉੱਤੇ ਚੱਲਾਂਗੇ। ਗਵਰਨਰ ਰਾਜ ਭਵਨ ਮਤਲਬ ਔਰ ਚੁਣੀਆਂ ਸਰਕਾਰਾਂ ਚ ਰੌਲਿਆਂ ਦਾ ਕੋਈ ਪੁਰਾਣਾ ਇਤਿਹਾਸ ਹੈ, ਕੋਈ ਨਵਾਂ ਤਾਂ ਹੈ ਨਹੀਂ, ਲੇਕਿਨ ਕੱਲ ਫਿਰ ਐਡਰੈਸ ਹੋਇਆ ਤੇ ਇੰਦਰਪ੍ਰੀਤ ਜੀ ਦੀ ਦਿਲਚਸਪੀ ਇਹਦੇ ਚ ਕਾਫੀ ਰਹਿੰਦੀ ਆ। ਸੋ ਇੰਦਰਪ੍ਰੀਤ ਜੀ, ਰਾਜ ਭਵਨ ਚ ਕਿੰਨੀ ਕੁ ਵਾਰੀ ਚਾਹ ਚੂ ਪੀ ਕੇ ਆਉਂਦੇ ਹੋ? ਕਦੇ ਇਹ ਵੀ ਦੱਸ ਦਿਆ ਕਰੋ, ਗਵਰਨਰਾਂ ਨਾਲ ਸਾਂਝ ਪਾਉਣ ਦੇ ਫਾਇਦੇ ਹੁੰਦੇ ਆ ਕੋਈ ਕਿ ਨਹੀਂ, ਜਾਂ ਮੁੱਖ ਮੰਤਰੀਆਂ ਨਾਲ ਹੀ ਹਾਏ ਹੈਲੋ ਠੀਕ ਰਹਿੰਦੀ? ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਸਭ ਤੋਂ ਔਖਾ ਕੰਮ ਹੀ ਗਵਰਨਰ ਹਾਊਸ ਤੇ ਜਾਣਾ ਹੁੰਦਾ ਹੈ। ਬਾਕੀ ਤੇ ਸੀਐਮ ਸਾਹਿਬ ਤਾਂ ਜਦੋਂ ਮਰਜ਼ੀ ਮਿਲ ਲਓ, ਉਹਨਾਂ ਦੇ ਬਥੇਰੇ ਮਤਲਬ ਹੈਗੇ ਆ ਚੈਨਲ। ਪਰ ਇੱਥੇ ਗੱਲ ਜਿਹੜੀ ਕਿਉਂਕਿ 3 ਸਟੇਟਾਂ ਹੀ ਸੁਪਰੀਮ ਕੋਰਟ 'ਚ ਗਈਆਂ ਹੋਈਆਂ ਸੀ ਆਪਣੇ ਆਪਣੇ ਗਵਰਨਰ ਦੇ ਖਿਲਾਫ। ਪੰਜਾਬ ਦਾ ਪਹਿਲਾ ਫੈਸਲਾ ਹੋ ਗਿਆ, ਕੱਲ ਕੇਰਲ ਦਾ ਹੋ ਗਿਆ ਸੀ, ਅੱਜ ਤਾਮਿਲਨਾਡੂ ਦਾ ਵੀ ਉਹਨਾਂ ਨੇ ਕਰਤਾ ਹੈ। ਤਾਮਿਲਨਾਡੂ ਸਰਕਾਰ ਨੇ ਦੇ ਗਵਰਨਰ ਜਿਹੜੇ ਹੈਗੇ RN ਰਵੀ, ਉਹਨਾਂ ਨੇ 10 ਬਿੱਲ ਜਿਹੜੇ ਹੈਗੇ ਆ 7 ਬਿੱਲ ਵਾਪਿਸ ਭੇਜੇ ਸੀ, ਜਿਹੜੇ ਉਹ MK ਸਟਾਲਿਨ ਉਹਨਾਂ ਨੇ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਫਿਰ ਦੁਬਾਰਾ ਪਾਸ ਕਰਤੇ ਸੀਗੇ, ਉਹਨਾਂ ਨੇ ਦੁਬਾਰਾ ਭੇਜਤਾ ਸੀ। ਹੁਣ ਉਹ ਬਿੱਲ ਜਿਹੜੇ ਨੇ ਕੱਲ ਨੂੰ 30 ਨਵੰਬਰ ਨੂੰ ਜਿਹੜੇ ਪਰਸੋਂ ਸੀਗੇ, ਉਹ ਰਾਸ਼ਟਰਪਤੀ ਨੂੰ ਭੇਜਤੇ। ਇਸ ਗੱਲ ਦੇ ਉੱਤੇ ਸੁਪਰੀਮ ਕੋਰਟ ਨੇ ਇਤਰਾਜ਼ ਉਠਾਇਆ। ਉਹਨਾਂ ਨੇ ਕਿਹਾ ਵੀ ਜੇ ਇੱਕ ਵਾਰ ਰੀਕਨਸੀਡਰ ਕਰ ਲੈਂਦੀ ਹੈ ਵਿਧਾਨ ਸਭਾ ਤਾਂ ਫਿਰ ਉਹ ਰਾਸ਼ਟਰਪਤੀ ਕੋਲੇ ਨਹੀਂ ਭੇਜੇ ਜਾ ਸਕਦੇ, ਉਹਨੂੰ ਪਾਸ ਕਰਨਾ ਲਾਜ਼ਮੀ ਹੈ ਰਾਜਪਾਲ ਵਾਸਤੇ। ਇਹ ਗੱਲ ਮਤਲਬ ਦੇਖੋ ਕਈ ਥਾਵਾਂ ਤੇ ਆਪਾਂ ਹੁਣ ਕਈ ਦਿਨਾਂ ਦੀ ਡਿਸਕਸ਼ਨ ਇਸ ਤੇ ਕਰ ਹੀ ਰਹੇ ਹਾਂ ਕਿ ਰਾਜਪਾਲ ਕੋਲੇ ਕੀ ਕੀ ਪਾਵਰਸ ਨੇ। ਉਹਨਾਂ ਕੋਲੇ ਆਰਟੀਕਲ 200 ਚ 3 ਹੀ ਪਾਵਰਸ ਨੇ, ਜਾਂ ਤਾਂ ਉਹ ਬਿੱਲ ਨੂੰ ਪਾਸ ਕਰ ਦੇਣ, ਜਾਂ ਉਹ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜ ਦੇਣ, ਜਾਂ ਵਿਧਾਨ ਸਭਾ ਨੂੰ ਵਾਪਿਸ ਕਰ ਦੇਣ। ਹੁਣ ਜੇ ਇੱਕ ਵਾਰ ਵਾਪਿਸ ਹੋ ਗਿਆ ਤੇ ਦੁਬਾਰਾ ਵਿਧਾਨ ਸਭਾ ਨੇ ਸੇਮ ਬਿੱਲ ਕੋਈ ਚੇਂਜਸ ਕੀਤੇ ਬਿਨਾ ਦੁਬਾਰਾ ਭੇਜਤਾ ਤਾਂ ਉਹ ਬਿੱਲ ਪਾਸ ਕਰਨਾ ਹੀ ਪੈਣਾ ਹੈ। ਇੱਥੇ ਵੀ ਹੁਣ ਇਹ ਵੀ ਮੈਨੂੰ ਲੱਗਦਾ ਕਿ ਸਾਰੀਆਂ ਸਟੇਟਾਂ ਵਾਸਤੇ ਜਾਂ ਸਾਰੇ ਗਵਰਨਰ ਵਾਸਤੇ ਇਹ ਬਹੁਤ ਕਲੈਰਿਟੀ ਨਾਲ ਆ ਗਿਆ ਹੈ ਕਿ ਤੁਸੀਂ ਦੁਬਾਰਾ ਬਿੱਲ ਨਹੀਂ ਭੇਜ ਸਕਦੇ ਇੱਕ ਵਾਰ ਜਿਹੜਾ ਬਿੱਲ ਰੀਕਨਸੀਡਰ ਹੋ ਕੇ ਆ ਗਿਆ। ਇਹਦੇ ਨਾਲ ਹੀ ਇੱਕ ਚੀਜ਼ ਹੋਰ ਵੀ ਹੈਗੀ ਹੈ, ਉਹਨਾਂ ਨੇ ਇਹ ਵੀ ਕਿਹਾ ਵੀ ਜੇ ਰਾਸ਼ਟਰਪਤੀ ਕੋਲ ਜੇ ਭੇਜਣਾ ਤਾਂ ਤੁਸੀਂ ਪਹਿਲਾਂ ਹੀ ਭੇਜ ਦਿਓ, ਪਰ ਉਹ ਵੀ ਇਹ ਦੱਸ ਕੇ ਕਿ ਉਹ 'ਚ ਕੀ ਇਹੋ ਜਿਹਾ ਹੈਗਾ ਜਿਹੜਾ ਤੁਸੀਂ ਪਾਸ ਨਹੀਂ ਕਰ ਸਕਦੇ। ਏਦਾਂ ਨਹੀਂ ਕਿ ਹਰ ਬਿੱਲ ਹੀ ਤੁਸੀਂ ਰਾਸ਼ਟਰਪਤੀ ਕੋਲ ਭੇਜਿਓ, ਕਿਉਂਕਿ ਰਾਸ਼ਟਰਪਤੀ ਫਿਰ ਵੀ ਇੱਕ ਚੁਣਿਆ ਹੋਇਆ ਨੁਮਾਇੰਦਾ ਹੈ। ਰਾਸ਼ਟਰਪਤੀ ਦੀ ਚੋਣ ਹੁੰਦੀ ਹੈ, ਗਵਰਨਰ ਦੀ ਚੋਣ ਨਹੀਂ ਹੁੰਦੀ, ਉਹਦੀ ਨਿਯੁਕਤੀ ਹੁੰਦੀ ਹੈ। ਤੋਂ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਸੁਪਰੀਮ ਕੋਰਟ ਨੇ ਮੈਨੂੰ ਲੱਗਦਾ ਨਵੇਂ ਸਿਰੇ ਤੋਂ ਪਰਿਭਾਸ਼ਿਤ ਤਾਂ ਆਲਰੇਡੀ ਹੈਗੀਆਂ ਨੇ,
ਪਰ ਮੈਨੂੰ ਲੱਗਦਾ ਕਿ ਕਈ ਵਾਰੀ ਦਬ ਜਾਂਦੀਆਂ ਨੇ ਥੱਲੇ ਤੇ ਨਵੇਂ ਸਿਰੇ ਤੋਂ ਯਾਦ ਕਰਾਉਣੀਆਂ ਪੈਂਦੀਆਂ ਨੇ। ਉਹ ਯਾਦ ਕਰਵਾਇਆ ਹੈ ਤਿੰਨੋਂ ਗਵਰਨਮੈਂਟਾਂ ਨੂੰ, ਪੰਜਾਬ ਨੂੰ, ਕੇਰਲ ਨੂੰ ਤੇ ਤਮਿਲਨਾਡੂ ਨੂੰ। ਇਹ ਸਾਰੀਆਂ ਚੀਜ਼ਾਂ ਹੁਣ ਕਲੀਅਰ ਹੋ ਗਈਆਂ ਨੇ। ਇਸੇ ਤਰ੍ਹਾਂ ਦਾ ਹੀ ਇੱਕ ਹੋਰ ਫੈਸਲਾ ਵੀ ਹੈ, ਉਹ ਵੈਸਟ ਬੰਗਾਲ ਨਾਲ ਸੰਬੰਧਿਤ ਹੈ, ਜਿਹੜਾ ਇਹਦੇ ਨਾਲ ਵਾਈਸ ਚਾਂਸਲਰ ਲਗਾਉਣ ਨਾਲ ਸੰਬੰਧਿਤ ਸੀ। ਉਹਦੇ ਵਿੱਚ ਵੀ ਉਹਨਾਂ ਨੇ ਅਟਾਰਨੀ ਜਨਰਲ ਨੂੰ ਇਹ ਗੱਲ ਕਹੀ ਹੈ ਵੀ ਦੇਖੋ, ਗਵਰਨਰ ਨੇ ਜੋ ਨਿਯੁਕਤੀਆਂ ਕੀਤੀਆਂ ਨੇ ਉਹ ਗਲਤ ਨਹੀਂ ਹੈ, ਕਿਸੇ ਵੀ ਰੂਪ 'ਚ ਕੋਈ ਐਕਟ ਦੀ ਕੋਈ ਉਲੰਘਣਾ ਨਹੀਂ ਹੈਗੀ, ਤਾਂ ਤੁਸੀਂ ਖੁਦ ਵਿੱਚ ਦਖਲ ਅੰਦਾਜ਼ੀ ਕਰਕੇ, ਯਾਨੀ ਕਿ ਅਟਾਰਨੀ ਜਨਰਲ ਜਿਹੜੇ ਹੈਗੇ ਨੇ ਉਹ ਦਖਲ ਅੰਦਾਜ਼ੀ ਕਰਕੇ ਦੋਨੋਂ ਧਿਰਾਂ ਨੂੰ ਬਿਠਾ ਕੇ ਇਹਨੂੰ ਐਮੀਕੇਬਲੀ ਕਹਿੰਦੇ ਹੱਲ ਕਰਵਾਓ। ਇਹ ਮਤਲਬ ਜੋ ਗਵਰਨਰ ਨੇ ਕੀਤਾ ਉਹ ਵੀ ਸਹੀ ਹੈ, ਤੇ ਜੋ ਸਰਕਾਰ ਕਰ ਰਹੀ ਹੈ, ਸਰਕਾਰ ਤਾਂ ਚਲੋ ਉਹਨਾਂ ਕੋਲ ਤਾਂ ਬਥੇਰੇ ਰਾਈਟਸ ਹੈਗੇ ਨੇ, ਪਰ ਇਹ ਇਸ ਤਰ੍ਹਾਂ ਲੜਾਈਆਂ ਦੇ ਮਸਲੇ ਨਹੀਂ ਹੈ, ਤੁਸੀਂ ਬੈਠ ਕੇ ਹੱਲ ਕਰਾਓ। ਤੋਂ ਕੱਲ ਉਹਨਾਂ ਨੇ ਕਿਹਾ ਜੀ ਵੀ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਕਿ ਅਗਲੀ ਤਾਰੀਖ ਤੱਕ ਇਹ ਸਾਰੇ ਹੱਲ ਹੋ ਜਾਣ। ਇਹ ਹੱਲ ਨਹੀਂ ਹੋਣੇ, ਹਾਂ ਜਿਹੜੇ ਮਾਮਲੇ ਨਜਿੱਠੇ ਜਾ ਰਹੇ ਨੇ ਉਹ ਬੜੇ ਅਹਿਮ ਆ ਕਿ ਜੇਕਰ ਤੁਸੀਂ ਬਿੱਲ ਵਾਪਸ ਭੇਜ ਕੇ ਦੁਬਾਰਾ ਆ ਜਾਂਦਾ ਤੁਹਾਡੇ ਕੋਲ, ਤਾਂ ਫਿਰ ਕੋਈ ਰਾਈਟ ਨਹੀਂ ਅੱਗੇ ਭੇਜਣ ਦਾ, ਕਰਨਾ ਪੈਂਦਾ। ਸੋ ਸਾਡੇ ਗਵਰਨਰ ਕੋਲੇ ਇੱਕ ਗੱਲ ਤਾਂ ਕਲੀਅਰ ਆ ਗਈ ਕਿ ਜਿਹੜੇ 4 ਬਿੱਲ ਹੁਣ ਪਏ ਨੇ ਨਾ ਜੀ, ਇਹ ਵਾਪਸ ਗਲਤੀ ਨਾਲ ਵੀ ਨਹੀਂ ਭੇਜਣੇ, ਇਹ ਗਾਂ ਭੇਜ ਦੋ ਬਸ, ਪਿਛਾਂਹ ਨਹੀਂ ਕਰਨਾ। ਕੀ ਖਿਆਲ ਆ? ਨਹੀਂ ਤਾਂ ਫਿਰ ਚੁੱਪ ਕਰਕੇ ਪਾਸ ਕਰਨੇ ਪੈਣੇ ਆ ਸ਼ਰੀਫ ਬੱਚੇ ਵਾਂਗ। ਭਾਸਕਰ ਸਾਹਿਬ, ਵੈਸੇ ਹੀ ਮਾਮਲਾ ਤਾਂ ਅਤ ਅਹਿਮ ਆ, ਜਿਹੜਾ ਪੋਲਿਟਿਕਸ 5 ਰਾਜਾਂ ਦੀ ਨਾਲ ਜੁੜਿਆ। ਇਹ ਸਾਰੀ ਦਿੱਲੀ ਦੀ ਨਜ਼ਰ ਉੱਥੇ ਹੀ ਟਿਕੀ ਹੋਈ ਹੈ, ਕਿਉਂਕਿ ਦਿੱਲੀ ਨੇ ਨਿਰਧਾਰਤ ਉੱਥੋਂ ਹੀ ਹੋਣਾ। ਪਰ ਉਸ ਤੋਂ ਪਹਿਲਾਂ ਮੈਂ ਜਿਹੜਾ ਗਨੀਵ ਕੌਰ ਦਾ ਮਾਮਲਾ ਕੱਲ ਦਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਕਿ ਕਿਸੇ ਗਨੀਵ ਕੌਰ ਨੂੰ ਸਮਨ ਕੀਤਾ ਗਿਆ, ਔਰ ਬਹੁਤੇ ਲੋਕ ਇਹਨੂੰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਵਜੋਂ ਹੀ ਸਵੀਕਾਰ ਕਰ ਰਹੇ, ਜਿਹੜੇ ਮਜੀਠੇ ਤੋਂ ਐਮਐਲਏ ਨੇ। ਤੇ ਮੈਂ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਕਪੂਰਥਲਾ ਦੀ ਇਸ ਕੋਰਟ ਦੇ ਵਿੱਚੋਂ ਜਿਹੜੇ ਇਹ ਸਮਨ ਨੇ, ਇਹ ਕੀ ਇੰਡੀਕੇਟ ਕਰ ਰਿਹਾ, ਇਹ ਕਿਸ ਤਰ੍ਹਾਂ ਦਾ ਮਾਮਲਾ ਹੈ? ਕਿਉਂਕਿ ਇਸ ਮਾਮਲੇ ਦਾ ਸੰਬੰਧ ਕਿਸੇ ਉਸ ਵਿਅਕਤੀ ਨਾਲ ਵੀ ਆ ਜਿਹਨੂੰ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀਗਾ। ਮੈਂ ਸਮਝਣਾ ਚਾਹੁੰਦਾ ਤੁਹਾਡੇ ਤੋਂ। ਰੰਧਾਵਾ ਜੀ, ਇਹ ਮਾਮਲਾ ਹੈਗਾ ਰਣਜੀਤ ਸਿੰਘ ਜੀਤਾ ਮੋੜ, ਇੱਕ ਕਬੱਡੀ ਪਲੇਅਰ NRI, ਜਿਹਨੂੰ NDPS ਐਕਟ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ 2022 ਦੇ ਵਿੱਚ STF ਨੇ। ਔਰ ਇਹ ਇੱਕ ਮੇਰੇ ਖਿਆਲ ਨਾਲ STF ਦੇ ਵਿੱਚ ਕੰਪਲੇਨੈਂਟ ਹਮੇਸ਼ਾ STF ਹੀ ਹੁੰਦੀ ਹੈ, ਪਰ ਇਹ ਇੱਕ ਐਸਦਾ ਦਾ ਕੇਸ ਸੀਗਾ ਜਿਹਦੇ ਵਿੱਚ ਇੱਕ ਪ੍ਰਾਈਵੇਟ ਕੰਪਲੇਨੈਂਟ ਸੀਗਾ, ਔਰ ਉਸ ਕੰਪਲੇਂਟ ਦੇ ਉੱਤੇ STF ਨੇ ਮੋਹਾਲੀ ਦੇ ਵਿੱਚ ਕੇਸ ਦਰਜ ਕੀਤਾ ਸੀਗਾ, ਜਦਕਿ ਇਹ ਮਾਮਲਾ ਸਾਰਾ ਕਪੂਰਥਲੇ ਦਾ ਹੈ। ਉਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਐਂਗਲ ਆ ਗਿਆ। ਨਵਾਂ ਐਂਗਲ ਇਹ ਆਇਆ ਹੈ ਕਿ ਕੁਝ ਦਿਨ ਪਹਿਲੇ ਇੱਕ ਫਰੈਸ਼ ਕੰਪਲੇਂਟ ਚਰਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤੀ, ਜੋ ਰਣਜੀਤ ਸਿੰਘ ਜੀਤਾ ਮੋੜ ਦੀ ਬਿਲਡਰ ਦੀ ਕੰਪਨੀ ਯਾਨੀ ਕੋਲੋਨਾਈਜ਼ਰ ਦੀ ਕੰਪਨੀ ਦੇ ਵਿੱਚ ਇੱਕ ਪਾਰਟਨਰ ਸੀਗਾ। ਉਹਨੇ ਇਹ ਕੰਪਲੇਂਟ ਦਿੱਤੀ ਕਿਉਂਕਿ ਜਦ 2022 ਦੇ ਵਿੱਚ FIR ਦਰਜ ਹੋਈ ਸੀ ਤਦ ਇਹ 13 ਲੋਕਾਂ ਦੇ ਖਿਲਾਫ ਦਰਜ ਹੋਈ ਸੀ। ਹੁਣ 4 ਨਾਮ ਹੋਰ ਐਡ ਕੀਤੇ ਗਏ, ਜਿਨ੍ਹਾਂ ਨਾਮਾਂ ਦੇ ਵਿੱਚ ਗਨੀਵ ਕੌਰ ਗਰੇਵਾਲ, ਯਾਦ ਕਰੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਇਹ ਮਜੀਠੀਆ ਸਾਹਿਬ ਦੀ ਵਾਈਫ ਹੈ ਕਿ ਨਹੀਂ ਹੈ ਸਾਨੂੰ ਨਹੀਂ ਪਤਾ, ਪਰ ਉਹਨਾਂ ਦੇ ਪਿਤਾ ਦਾ ਨਾਂ ਅਗਰ ਅਵਿਨਾਸ਼ ਸਿੰਘ ਗਰੇਵਾਲ ਹੈ ਤੇ ਫਿਰ ਗਨੀਵ ਕੌਰ ਉਹੀ ਹੈਗੀ ਹੈ। ਰੈਜ਼ੀਡੈਂਟ ਆਫ ਅੰਮ੍ਰਿਤਸਰ, ਐਕਿਊਜ਼ ਨੰਬਰ 15। ਉਸ ਤੋਂ ਇਲਾਵਾ ਜਿਹੜੇ ਐਕਿਊਜ਼ ਹੁਣ ਨਵੇਂ ਬਣਾਏ ਗਏ ਨੇ, ਸੰਜੀਵ ਗੁਪਤਾ ਫਾਰਮਰ DGP ਹੁੰਦੇ ਸੀਗੇ, ਉਹਨਾਂ ਦੇ ਬੇਟੇ ਸੌਰਵ ਗੁਪਤਾ ਨੂੰ, ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਜਗਜੀਤ ਸਿੰਘ ਚਾਹਲ ਔਰ ਉਹਨਾਂ ਦੀ ਪਤਨੀ ਇੰਦਰਜੀਤ ਕੌਰ, ਇਹਨਾਂ ਨੇ ਜੀਤਾ ਮੋੜ ਦੀ ਕੰਪਨੀ ਯਾਨੀ ਜਿਹੜੀ ਕਲੋਨੀ ਸੀਗੀ ਉਹਦੇ ਵਿੱਚ ਇਨਵੈਸਟ ਕੀਤਾ। ਔਰ ਜੀਤਾ ਮੋੜ ਦੇ ਉੱਤੇ ਐਲੀਗੇਸ਼ਨ ਵੀ ਆਇਆ ਸੀ ਕਿ ਬਲੈਕ ਮਨੀ ਜਾਂ ਡਰੱਗ ਦੇ ਰਾਹੀਂ ਕਮਾਈ ਹੋਈ ਪੈਸੇ ਨੂੰ ਉਹਨਾਂ ਨੇ ਰੀਅਲ ਐਸਟੇਟ ਦੇ ਵਿੱਚ ਇਨਵੈਸਟ ਕਰਾਇਆ ਸੀ, ਔਰ ਉਹਦੇ ਸੰਪਰਕ ਪੋਲੀਟੀਸ਼ੀਅਨਸ, ਪੁਲਿਸ ਆਫੀਸ਼ੀਅਲਸ ਦੇ ਨਾਲ ਸੀਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਇੱਥੇ ਤੱਕ ਜਿਹੜੇ ਸੁਲਤਾਨਪੁਰ ਲੋਧੀ ਦੇ ਫਾਰਮਰ MLA ਨੇ, ਉਹਨਾਂ ਦੇ ਉੱਤੇ ਵੀ ਇਹ ਐਲੀਗੇਸ਼ਨ ਲੱਗਦਾ ਹੈ ਕਿ ਉਹਨਾਂ ਦੇ ਕੋਲ ਇੱਕ ਆਡੀ ਗੱਡੀ ਹੈਗੀ ਹੈ, ਉਹ ਜੀਤਾ ਮੋੜ ਦੇ ਨਾਂ ਤੇ ਹੁੰਦੀ ਸੀ ਕਦੀ, ਔਰ ਉਹਨਾਂ ਨੇ ਜਿਹੜੀ ਕੋਠੀ ਬਣਾਈ ਹੈ ਉਹਦੇ ਉੱਤੇ ਵੀ ਪੈਸਾ ਜੀਤਾ ਮੋੜ ਦਾ ਲੱਗਿਆ, ਐਲੀਗੇਸ਼ਨ ਲੱਗੇ। ਪਰ ਹਜੇ ਤੱਕ ਇਸ ਕੇਸ ਦੇ ਵਿੱਚ ਉਹਨਾਂ ਨੂੰ ਐਕਿਊਜ਼ ਨਹੀਂ ਬਣਾਇਆ, ਲੇਕਿਨ ਨਾਮਜ਼ਦ ਜ਼ਰੂਰ ਥੋੜਾ ਜਿਹਾ ਕੀਤਾ ਸੀਗਾ। ਹੁਣ ਇਸ ਕੇਸ ਦੇ ਵਿੱਚ ਗਨੀਵ ਕੌਰ ਗਰੇਵਾਲ ਨਾਂ ਕਿਉਂ ਆਇਆ? ਜੇ ਮਜੀਠੀਆ ਸਾਹਿਬ ਦੀ ਵਾਈਫ ਹੈ ਔਰ ਫਰੈਸ਼ FIR ਹੈ ਤੇ ਉਹਦੇ ਵਿੱਚ ਮਜੀਠੀਆ ਨਾ ਹੋਣਾ ਚਾਹੀਦਾ ਸੀ। ਕੀ ਕੋਈ ਪ੍ਰਾਪਰਟੀ ਜਿਸ ਦੇ ਖਰੀਦਣ ਦਾ ਇਲਜ਼ਾਮ ਲੱਗ ਰਿਹਾ ਹੈ ਉਹ ਗਨੀਵ ਕੌਰ ਗਰੇਵਾਲ ਦੇ ਨਾਂ ਤੇ ਖਰੀਦੀ ਹੈ? ਹੁਣ ਇਸ ਗੱਲ ਦੀ ਇਨਵੈਸਟੀਗੇਸ਼ਨ ਕਰਦੇ ਹੋਏ ਜਦ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਦੇ ਨਾਲ ਗੱਲ ਕੀਤੀ ਗਈ ਤੇ ਉਹ ਕਹਿੰਦੇ ਨੇ ਕਿ ਵੀ ਅਸੀਂ ਸ਼ਾਮ ਤੱਕ ਤੁਹਾਨੂੰ ਗਨੀਵ ਕੌਰ ਦੇ ਨਾਂ ਦੇ ਉੱਤੇ ਕੀਤਾ ਹੋਇਆ ਬਿਆਨਾ ਉਹ ਭੇਜ ਰਹੇ ਹਾਂ, ਔਰ ਬਾਅਦ ਚੋਂ ਬਿਆਨਾ ਨਹੀਂ ਭੇਜਿਆ। ਇਹ ਆਪਣੇ ਆਪ ਵਿੱਚ ਇੱਕ ਅਜੀਬ ਜੀ ਗੱਲ ਹੈਗੀ ਹੈ। ਐਡੀਸ਼ਨਲ ਸੈਸ਼ਨ ਜੱਜ ਉਹਨਾਂ ਨੇ ਅਕਤੂਬਰ 27 ਨੂੰ ਇਹ ਸੰਮਨ ਕੀਤੇ ਸੀਗੇ। ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਵੀ ਇਦਾਂ ਦੀ ਕੋਈ ਪ੍ਰਾਪਰਟੀ ਇਸ ਕਲੋਨੀ ਦੇ ਵਿੱਚ ਨਹੀਂ ਖਰੀਦੀ, ਔਰ ਸਾਡੇ ਕੋਲ ਨਾ ਤੇ ਹਜੇ ਸੰਮਨ ਆਇਆ ਪਹਿਲੀ ਡੇਟ ਦੇ ਵਿੱਚ ਹੀ, ਕਿਉਂਕਿ ਡੇਟ ਅੱਜ ਹੈ,
ਅੱਜ ਇਸ ਮਾਮਲੇ ਦੇ ਵਿੱਚ ਕਪੂਰਥਲਾ ਦੀ ਕੋਰਟ ਦੇ ਵਿੱਚ ਸੁਣਵਾਈ ਹੈ। ਉਸ ਸੁਣਵਾਈ ਦੇ ਵਿੱਚ ਉਹਨਾਂ ਸੰਬੰਧ ਦਾ ਕਿੰਨਾ ਕੁ ਜ਼ਿਕਰ ਹੁੰਦਾ ਹੈ ਜਿਹੜੇ ਸੰਬੰਧ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਹਿਸਾਬ ਨਾਲ ਹਜੇ ਤੱਕ ਨਹੀਂ ਪਹੁੰਚੇ। ਇਹ ਸਾਰੀ ਗੱਲਾਂ ਦੇ ਉੱਤੇ ਪੋਲੀਟੀਸਾਈਜੇਸ਼ਨ ਹੋ ਰਿਹਾ ਹੈ ਜਾਂ ਵਾਕਈ ਗਨੀਵ ਕੌਰ ਨੇ ਕੋਈ ਪ੍ਰਾਪਰਟੀ ਉੱਥੇ ਖਰੀਦੀ ਹੈ, ਇਹ ਹਜੇ ਵੀ ਇੱਕ ਸਵਾਲ ਬਣ ਕੇ ਇਸ ਪੂਰੇ ਕੇਸ ਦੇ ਵਿੱਚ ਖੜਾ ਹੋਇਆ ਹੈ। ਜਦੋਂ ਭਾਸਕਰ ਸਾਹਿਬ ਤੁਸੀਂ ਇਹ ਗੱਲ ਕਰ ਰਹੇ ਸੀ ਤਾਂ ਮੈਂ ਫਿਰ ਗਨੀਵ ਕੌਰ ਮਜੀਠੀਆ ਵਿਕੀਪੀਡੀਆ ਤੇ ਪਹੁੰਚਿਆ, ਜਿਹਦੇ ਵਿੱਚ ਉਹਨਾਂ ਨੇ ਗਨੀਵ ਕੌਰ ਮਜੀਠੀਆ ਬ੍ਰੈਕਟ ਵਿੱਚ ਲਿਖਿਆ ਬੌਰਨ ਗਨੀਵ ਗਰੇਵਾਲ is an Indian politician and a member of 16ਵੀਂ ਪੰਜਾਬ ਵਿਧਾਨ ਸਭਾ ਤੇ representing ਮਜੀਠਾ। ਤਾਂ ਉਹਨਾਂ ਦਾ ਜ਼ਿਕਰ ਹੈਗਾ ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਧਰਮ ਸੁਪਤਨੀ ਨੇ। 2009 ਦੇ ਵਿੱਚ ਇਹਨਾਂ ਦੀ ਸ਼ਾਦੀ ਹੁੰਦੀ ਹੈ। ਇਹ ਵਿਕੀਪੀਡੀਆ ਦੀ ਆਪਣੀ ਜਾਣਕਾਰੀ ਆ। ਇਹ ਮਜੀਠਾ ਤੋਂ ਜਿੱਤਦੇ ਆ, ਜਿੱਥੇ ਇਹਨਾਂ ਨੂੰ 57,027 ਵੋਟਾਂ ਮਿਲਦੀਆਂ ਤੇ ਇਹ ਲਾਲੀ ਮਜੀਠੀਆ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਹਰਾਉਂਦੇ ਨੇ। ਪਰ ਹੁਣ ਇਹ ਕੀ ਹੈ ਮਾਮਲਾ ਸਾਰਾ, ਜਦੋਂ ਤੱਕ ਇਹਦੇ ਉੱਤੇ ਫਾਈਨਲ ਅੱਖਰ ਨਹੀਂ ਆਉਂਦਾ, ਕਿਉਂਕਿ ਮਾਮਲਾ ਸਬ ਜੁਡਿਸ ਆ ਤੇ ਇਹਦੇ ਉੱਤੇ ਗਾਂ ਕੁਝ ਕਹਿਣਾ ਔਖਾ। ਮੈਂ ਤੁਹਾਡੇ ਕੋਲ ਆਉਣਾ ਹੈ ਨੈਸ਼ਨਲ ਪੋਲਿਟਿਕਸ ਵੱਲ, ਪਰ ਮੈਂ ਇੱਕ ਛੋਟੀ ਜੀ ਇੰਦਰਪ੍ਰੀਤ ਜੀ ਤੋਂ ਜਾਣਕਾਰੀ ਲਵਾਂ। ਐਨਜੀਟੀ ਦਾ ਮਾਮਲਾ ਇੰਦਰਪ੍ਰੀਤ ਜੀ ਸਾਹਮਣੇ ਆ ਰਿਹਾ ਸੀਗਾ। ਐਨਜੀਟੀ ਨੇ ਕਿਹਾ ਕਿ ਚਲੋ ਪਰਾਲੀ ਦਾ ਮਾਮਲਾ ਇਸ ਵਾਰੀ ਤਾਂ ਜਿਵੇਂ ਤਿਵੇਂ ਨਿਪਟਿਆ, ਅਗਲੀ ਵਾਰ ਲਈ ਹੁਣੇ ਤਿਆਰੀ ਕਰ ਲਓ ਬਈ। ਕੀ ਤਿਆਰੀ ਕਰਨਗੇ ਭਲਾ ਇਹ ਪੰਜਾਬ ਸਰਕਾਰ, ਕੀ ਤਿਆਰੀ ਕਰੂਗੀ? ਐਨਜੀਟੀ ਨੇ ਇਹਨਾਂ ਨੂੰ ਪੰਗੇ 'ਚ ਫਸਾਤਾ ਤੇ ਇਹ ਤਾਂ ਜਾ ਕੇ ਆਖਰੀ ਜਦੋਂ ਪਹਿਲੀਆਂ ਅੱਗਾਂ ਲੱਗਣੀਆਂ ਸ਼ੁਰੂ ਹੁੰਦੀਆਂ, ਦਿੱਲੀ 'ਚ ਧੂਆਂ ਵਾਧਾ ਰੌਲੇ ਤੇ ਉਦੋਂ ਪੈਂਦੇ ਸੁਪਰੀਮ ਕੋਰਟ ਤੇ, ਉਦੋਂ ਐਤਕੀ ਪਹਿਲਾਂ ਕਹਿ ਦਿੱਤਾ। ਦੂਜਾ ਮਾਮਲਾ ਇਹ ਉਹ ਜਿਹੜੀ ਜੀਰਾ ਵਾਲੀ ਮਿੱਲ ਆ ਉਹਦੇ ਨਾਲ ਵੀ ਐਨਜੀਟੀ ਦਾ ਇੱਕ ਜੁੜਿਆ। ਦੋਨਾਂ ਨੂੰ ਕਲੱਬ ਕਰ ਦਿਓ ਕਾਈਂਡਲੀ। ਰੰਧਾਵਾ ਸਾਹਿਬ, ਜਿਹੜਾ ਇਹਦਾ ਪੰਜਾਬ ਤੇ ਹਰਿਆਣਾ ਦੋਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਅਗਲੇ ਸਾਲ ਤੋਂ ਪਰਾਲੀ ਦਾ ਕਿਸ ਤਰ੍ਹਾਂ ਨਿਸਤਾਰਨ ਕਰਨਾ ਉਹ ਤੁਸੀਂ ਹੁਣੀ ਤੋਂ ਕੰਮ ਕਰਨਾ ਸ਼ੁਰੂ ਕਰੋ, ਕਿਉਂਕਿ ਬਹੁਤ ਸਾਰੇ ਕੰਮ ਪਰਾਲੀ ਨੂੰ ਸੰਭਾਲਣ ਲਈ ਜਿਹੜੇ ਹੈਗੇ ਲੌਂਗ ਟਰਮਸ ਵੀ ਹੁੰਦੇ ਆ। ਇਦਾਂ ਨਹੀਂ ਕਿ ਅਸੀਂ ਸਿੱਧਾ ਹੀ ਕਹਿ ਦਈਏ ਕਿ ਪਰਾਲੀ ਇਕੱਠੀ ਕਰ ਬੇਲਰ ਅਸੀਂ ਦੇ ਦਾਂਗੇ ਤਾਂ ਉਹ ਇਕੱਠੀ ਹੋ ਜਾਏਗੀ। ਬੇਲਰ ਦੇ ਕੇ ਪਰਾਲੀ ਜਿਹੜੀ ਰੱਖਣੀ ਹੈ ਉਹਦਾ ਕਰਨਾ ਕੀ ਹੈ, ਫਿਰ ਇਹਦੇ ਉੱਤੇ ਵੀ ਗੱਲਾਂ ਬਹੁਤ ਯੋਜਨਾਵਾਂ ਤਿਆਰ ਕਰਨੀਆਂ ਪੈਣਗੀਆਂ। ਸੋ ਇੱਕ ਤਾਂ ਇਹ ਉਹਨਾਂ ਨੇ ਕਿਹਾ ਵੀ ਲੌਂਗ ਟਰਮਸ ਜਿਹੜੇ ਤੁਸੀਂ ਜਿੰਨੇ ਵੀ ਫੈਸਲੇ ਲੈਣੇ ਆ ਉਹਦੇ ਤੇ ਕਾਰਵਾਈਆਂ ਜਿਹੜੀਆਂ ਨੇ ਉਹ ਅੱਜ ਤੋਂ ਹੀ ਸ਼ੁਰੂ ਕਰੋ। ਦੂਜਾ ਸਭ ਤੋਂ ਇੰਪੋਰਟੈਂਟ ਆ ਰਿਹਾ ਸੀ ਵੀ ਇਹਦੇ ਕੋਲ ਪਲੇਟਸ ਬਣਾਓ ਤੇ ਉਹ ਜਿਹੜਾ ਜਿੰਨੇ ਵੀ ਜਿਹੜੀ ਇੰਡਸਟਰੀ ਆ, ਚਾਹੇ ਉਹ ਸਾਡੇ ਥਰਮਲ ਪਲਾਂਟ ਹੋਣ, ਚਾਹੇ ਉਹ ਸਾਡੀਆਂ ਮਿਲਕ ਪਲਾਂਟ ਹੋਣ, ਚਾਹੇ ਉਹ ਹੋਰ ਵੀ ਪੱਠੇ ਹੋਣ, ਜਿੰਨਾ ਵੀ ਸਾਡੇ ਇੱਥੇ ਕੋਇਲਾ ਜਿੱਥੇ ਯੂਜ਼ ਹੁੰਦਾ ਉੱਥੇ 20% ਜਿਹੜਾ ਹੈਗਾ ਉਹ ਤੁਸੀਂ ਇਹ ਤਿਆਰ ਕਰੋ। ਪਰ ਇਹ ਉਦੋਂ ਤਿਆਰ ਹੋਣਗੇ ਜਦੋਂ ਉਹਨਾਂ ਦੇ ਯੂਨਿਟਸ ਲੱਗਣਗੇ। ਹੁਣ ਯੂਨਿਟ ਜਿਹੜਾ ਬਣਾਉਣ ਦਾ ਕੰਮ ਹੋਣਾ ਉਹ ਉਸੇ ਟਾਈਮ ਨਹੀਂ ਹੋ ਸਕਦਾ ਜਦੋਂ ਪਰਾਲੀ ਸਿਰ ਦੇ ਉੱਤੇ ਤੁਹਾਡੀ ਆ ਗਈ। ਅੱਜ ਯੂਨਿਟ ਬਣਾਉਣ ਦਾ ਕੰਮ ਹੈ। ਜੇ ਇਸ ਦੇ ਉੱਤੇ ਗਵਰਨਮੈਂਟ ਨੇ ਵਧਣਾ ਹੈ ਤਾਂ ਜਿਨ੍ਹਾਂ ਨੇ ਵੀ ਯੂਨਿਟਸ ਬਣਾਉਣੇ ਨੇ ਜਾਂ ਬਣਾਉਣ ਦੀ ਪ੍ਰਕਿਰਿਆ 'ਚ ਉਹ ਅੱਗੇ ਆਪਣੇ ਪੇਪਰ ਸਬਮਿਟ ਕਰ ਚੁੱਕੇ, ਮੈਨੂੰ ਲੱਗਦਾ ਕਿ ਅੱਜ ਉਹ ਟਾਈਮ ਹੈ ਕਿ ਉਹਨਾਂ ਦੇ ਕੋਈ ਅਗਰ ਹਰਡਲਸ ਹੈਗੀਆਂ ਨੇ ਤਾਂ ਉਹਨਾਂ ਨੂੰ ਉਹ ਕਲੀਅਰ ਕਰ ਦੇਣ। ਸੋ ਇਹ ਡਾਇਰੈਕਸ਼ਨ ਠੀਕ ਹੈ। ਮੈਨੂੰ ਲੱਗਦਾ ਕਿ ਅੱਜ ਤੋਂ, ਕਿਉਂਕਿ ਮੈਨੂੰ ਯਾਦ ਹੈ ਜਦੋਂ ਵੀਕੇ ਜੰਜੂਆ ਹੋਣੀ ਚੀਫ ਸੈਕਟਰੀ ਬਣੇ ਸੀਗੇ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਮੌਕਾ ਉਦੋਂ ਹੁੰਦਾ ਜਦੋਂ ਚੀਜ਼ ਲੰਘ ਜਾਂਦੀ ਹੈ। ਯਾਨੀ ਕਿ ਉਦੋਂ ਵੀ ਨਵੰਬਰ 'ਚ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਅਗਲੇ ਜਿਹੜੇ ਪਰਾਲੀ ਦੇ ਸੀਜ਼ਨ ਤੱਕ ਅਸੀਂ ਬਹੁਤ ਕੁਝ ਇਹੋ ਜਿਹਾ ਕਰ ਲਾਂਗੇ, ਅਸੀਂ ਲਗਾਤਾਰ ਕੰਮ ਕਰਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਾਰਾ ਕੁਝ ਹੋਇਆ। ਬਹੁਤ ਸਾਰੀਆਂ ਚੀਜ਼ਾਂ ਹਜੇ ਵੀ ਪੈਂਡਿੰਗ ਨੇ। ਜਿਵੇਂ ਕੱਲ ਹੀ ਇਹ ਗੱਲ ਆ ਰਹੀ ਸੀ ਵੀ ਸਾਡੇ ਕੋਲ ਤਾਂ ਹਜੇ ਪ੍ਰੋਪਰ ਬੇਲਰ ਹੀ ਨਹੀਂ ਹੈ। ਸਾਡੇ ਕੋਲ 13,000 ਪਿੰਡ ਆ ਤੇ ਅਜੇ ਸਾਡੇ ਕੋਲ ਬੇਲਰ ਤਾਂ ਹਜੇ 1/3 ਵੀ ਨਹੀਂ ਹੈਗਾ। ਸੋ ਜਿੱਥੇ ਸਾਨੂੰ ਇੱਕ ਪਿੰਡ 'ਚ 3 ਬੇਲਰ ਚਾਹੀਦੇ ਨੇ, ਹਜੇ 3 ਪਿੰਡਾਂ ਪਿੱਛੇ 1 ਬੇਲਰ ਹੈ। ਸੋ ਹਜੇ ਅਸੀਂ ਬਹੁਤ ਵੱਡਾ ਗੈਪ ਹੈਗਾ। ਪਰ ਨਾਲ ਦੀ ਨਾਲ ਇਹ ਹੈਗਾ ਕਿ ਇਹ ਬੇਲਰ ਨੇ ਇਹ ਕਿਸਾਨਾਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ। ਉਹਨਾਂ ਦੇ ਉੱਤੇ ਕਰਜ਼ਾ ਹੋਰ ਨਹੀਂ ਚੜਾਇਆ ਜਾ ਸਕਦਾ। ਇਹ ਤੁਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਦੇਵੋ। ਬਹੁਤ ਸਾਰੇ ਐਤਕੀ ਮੈਂ ਦੇਖਿਆ ਸੀ ਵਿਧਾਨ ਸਭਾ ਦੇ ਵਿੱਚ ਕਈ MLAs ਨੇ ਬਹੁਤ ਵਧੀਆ ਤਰੀਕੇ ਨਾਲ ਇਹ ਚੀਜ਼ਾਂ ਪੇਸ਼ ਕੀਤੀਆਂ ਨੇ। ਸੋ ਮੈਨੂੰ ਲੱਗਦਾ ਕਿ ਟਾਈਮ ਕੱਲ ਤੋਂ ਸ਼ੁਰੂ ਹੋ ਗਿਆ ਤੇ ਇਸ ਤੇ ਕੰਮ ਕਰਨ ਦੀ ਲੋੜ ਹੈ। ਭਾਸਕਰ ਸਾਹਿਬ, ਜਾਂਦੇ ਜਾਂਦੇ ਜਿਹੜੇ ਚਾਰਟਰਡ ਪਲੇਨ ਹਾਇਰ ਕੀਤੇ ਗਏ ਨੇ ਪਾਰਟੀਆਂ ਵੱਲੋਂ, ਜਿੱਥੇ ਜਿੱਥੇ ਵੀ ਕੱਲ ਨੂੰ ਨਤੀਜੇ ਆਉਣੇ, ਧੁੜਕੂ ਲੱਗਿਆ ਪਿਆ, ਕਿਹੜੇ ਬੰਦੇ ਕਿੱਥੇ ਸ਼ਿਫਟ ਕਰਨੇ ਆ ਇਹ ਤਾਂ ਸਥਾਨ ਨਿਰਧਾਰਤ ਹੋ ਗਏ, ਕਿਉਂਕਿ ਕੈਂਡੀਡੇਟਸ ਨੇ ਕਾਊਂਟਿੰਗ ਮੌਕੇ ਹਾਜ਼ਰ ਰਹਿਣਾ ਤੇ ਜਦੋਂ ਹੀ ਉੱਥੋਂ ਜੇਤੂ ਅੰਦਾਜ਼ 'ਚ ਬੰਦਾ ਬਾਹਰ ਨਿਕਲਣਾ,
ਮੈਨੂੰ ਨਹੀਂ ਲੱਗਦਾ ਵੀ ਇਹ ਲੱਡੂ ਵੀ ਉਹਨੂੰ ਆਪਣੇ ਸਮਰਥਕਾਂ ਨਾਲ ਵੰਡ ਕੇ ਖਾਣ ਦੇਣਗੇ, ਇਹ ਚੱਕ ਲੈਣੇ ਆ ਨਾਲ ਹੀ ਆਪਣੀਆਂ ਪਾਰਟੀਆਂ ਨੇ। ਇਹ ਦੱਸਿਓ ਜ਼ਰਾ ਸਥਿਤੀ ਕਿਹੋ ਜੀ ਬਣੀ ਹੋਈ ਹੈ। ਵੈਸੇ ਸੱਤਾਧਰ ਧਿਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਪਹਿਲਾਂ ਹੀ ਤੈਅ ਤੂੰ ਕਰ ਚੁੱਕੇ ਹੁੰਦੇ ਆ, ਜੇ ਜਿੱਥੇ ਜਿੱਥੇ ਉਹਨਾਂ ਸੰਨ ਲਾਉਣੀ ਲਾ ਚੁੱਕੇ ਹੁੰਦੇ ਆ, ਫਿਰ ਬੰਦਾ ਤੁਹਾਡੇ ਰਿਜ਼ੋਰਟ 'ਚ ਬੈਠਾ ਵੀ ਕਿਸੇ ਹੋਰ ਦਾ ਜੇ ਹੋ ਜੇ ਫੇਰ ਕੀ ਕਹਿੰਦੇ? ਕੱਲ ਰਿਜ਼ਲਟ ਆਣਾ ਹੈ ਔਰ ਅੱਜ ਇੱਕ ਕਿਆਮਤ ਦੀ ਰਾਤ ਹੈਗੀ ਹੈ। ਰਿਜ਼ੋਰਟ ਪੋਲਿਟਿਕਸ ਦਾ ਜ਼ਿਕਰ ਹੋ ਰਿਹਾ ਹੈ, ਯਾਨੀ ਵੱਖ-ਵੱਖ ਸੂਬਿਆਂ ਦੇ ਵਿੱਚ, ਖੈਰ ਸੂਬਿਆਂ ਦੇ ਵਿੱਚ ਕੀ, ਛੱਤੀਸਗੜ੍ਹ ਦੀ ਪਲੈਨਿੰਗ ਹੋ ਚੁੱਕੀ ਹੈ। ਬੈਂਗਲੁਰੂ ਨੂੰ ਠੇਕਾ ਮਿਲਿਆ, ਰਿਜ਼ੋਰਟ ਬੁੱਕ ਕਰ ਲਓ, ਛੱਤੀਸਗੜ੍ਹ ਵਾਲੇ ਸਾਰੇ ਤੁਸੀਂ ਲੈ ਕੇ ਆਣੇ ਆ। ਔਰ ਇੱਥੇ ਤੱਕ ਕਿ ਜਿਹੜੇ ਜਿੱਤੂ ਐਮਐਲਏ ਹੋ ਸਕਦੇ ਨੇ, ਐਕਸਪੈਕਟਡ ਜਿੱਤੂ ਐਮਐਲਏ ਨੇ, ਉਹਨਾਂ ਨੂੰ ਵੀ ਡੋਰੇ ਪਾਏ ਜਾ ਰਹੇ ਨੇ। ਔਰ ਕਾਂਗਰਸ ਨੇ ਤੇ ਇੱਕ ਕ੍ਰਿਕਟ ਮੈਚ ਦੇ ਬਹਾਨੇ ਸਾਰਿਆਂ ਨੂੰ ਸੱਦ ਲਿਆ ਰਾਏਪੁਰ, ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਬੈਂਗਲੁਰੂ ਦਾ ਰਸਤਾ ਮੈਪ ਮੂਪ ਦੇ ਕੇ ਭੇਜਦਾ ਵੀ ਤੁਸੀਂ ਇੱਥੇ ਜਾਣਾ ਹੈ। 2 ਚਾਰਟਰਡ ਪਲੇਨ ਹਾਇਰ ਕਰ ਲਏ। ਇਹ ਜਿਹੜੇ ਐਗਜ਼ਿਟ ਪੋਲ ਦੇ ਰਿਜ਼ਲਟ ਆਏ ਨੇਗੇ, ਐਗਜ਼ਿਟ ਪੋਲ ਦਾ ਜਿਹੜਾ ਉੱਥੇ ਜਾਰੀ ਹੋਏ ਨੇ, 5 ਸਟੇਟਾਂ ਦੇ ਵਿੱਚੋਂ 3 ਸਟੇਟਾਂ ਦੇ ਵਿੱਚ ਇੰਨਾ ਕੁ ਕਨਫਿਊਜ਼ਨ ਵਧਿਆ ਹੋਇਆ ਹੈ ਕਿ ਦੋਨੋਂ ਪਾਰਟੀਆਂ ਬੀਜੇਪੀ ਔਰ ਕਾਂਗਰਸ ਆਪਣੇ ਬੰਦਿਆਂ ਨੂੰ ਔਰ ਐਕਸਪੈਕਟਡ ਬੰਦਿਆਂ ਨੂੰ ਸਾਂਭਦੀ ਫਿਰ ਰਹੀ ਹੈ ਵੀ ਤੁਸੀਂ ਉੱਥੇ ਨਹੀਂ ਜਾਣਾ, ਤੁਸੀਂ ਇੱਥੇ ਨਹੀਂ ਜਾਣਾ। ਇੱਥੇ ਤੱਕ ਕਿ ਜਿਹੜੇ ਇੰਡੀਪੈਂਡੈਂਟਲੀ ਵੀ ਜਿੱਤ ਸਕਦੇ ਨੇ ਉਹਨਾਂ ਦੇ ਉੱਤੇ ਵੀ ਡੋਰੇ ਪਾਏ ਜਾ ਰਹੇ ਨੇ, ਉਹਨਾਂ ਨੂੰ ਵੀ ਸੈਰ ਕਰਾਉਣ ਵਾਸਤੇ ਵੱਖ-ਵੱਖ ਸੂਬਿਆਂ ਦੇ ਵਿੱਚ। ਔਰ ਜਿਹੜੇ ਬੈਂਗਲੁਰੂ ਦੇ ਜਾਂ ਕਰਨਾਟਕਾ ਦੇ ਡਿਪਟੀ ਚੀਫ ਮਿਨਿਸਟਰ ਨੇ ਡੀ.ਕੇ. ਸ਼ਿਵ ਕੁਮਾਰ, ਉਹਨਾਂ ਨੇ ਤੇ ਇਹ ਵੀ ਕਿਹਾ ਕਿ ਸਾਨੂੰ 50 ਸੂਬਿਆਂ ਦੇ ਐਮਐਲਏਆਂ ਦਾ ਠੇਕਾ ਦੇ ਦਿਓ, ਅਸੀਂ ਸਾਰਿਆਂ ਨੂੰ ਸਾਂਭ ਲਾਂਗੇ। ਪਰ ਉਹ ਹਜੇ ਛੱਤੀਸਗੜ੍ਹ ਦਾ ਫਾਈਨਲ ਹੋ ਗਿਆ, ਤੇਲੰਗਾਨਾ ਦਾ ਫਾਈਨਲ ਹੋ ਗਿਆ, ਔਰ ਬੀਜੇਪੀ ਦੇ ਕੋਲ ਤੇ ਬਹੁਤ ਸਾਰੀ ਆਪਸ਼ਨਸ ਹੈਗੀ ਹੈ। ਉਹਨਾਂ ਨੇ ਤੇ ਭੇਜਣ ਵਾਸਤੇ ਕਿਸੇ ਨੂੰ ਉੱਤਰਾਖੰਡ ਵੀ ਭੇਜ ਸਕਦੇ ਨੇ, ਯੂਪੀ ਵੀ ਭੇਜ ਸਕਦੇ ਨੇ, ਪਰ ਇਹ ਤਿਆਰੀ ਬੜੀ ਜ਼ਬਰਦਸਤ ਚੱਲ ਰਹੀ ਹੈ। ਔਰ ਕੱਲ ਜਦ ਇਹ ਰਿਜ਼ਲਟ ਟ੍ਰੈਂਡ ਆਉਣਗੇ, ਉਸ ਟਾਈਮ ਜਿਹੜਾ ਵਿਅਕਤੀ, ਜਿਹੜਾ ਐਮਐਲਏ, ਜਿਹੜਾ ਕੈਂਡੀਡੇਟ ਅੱਗੇ ਹੋਏਗਾ ਨਾ, ਉਹਦੇ ਕੋਲ ਉਸ ਵਕਤ ਹੀ ਫੋਨ ਜਾਣੇ ਸ਼ੁਰੂ ਹੋ ਜਾਣਗੇ। ਔਰ ਕਈ ਤੇ ਆਪਣੇ ਐਮਐਲਏ ਦੇ ਫੋਨ ਵੀ ਜ਼ਬਤ ਕਰ ਰਹੇ ਨੇ ਕਿ ਵੀ ਨਾ, ਕੱਲ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਔਰ ਤੁਹਾਨੂੰ ਕੋਈ ਵੀ ਫੋਨ ਆਏ ਤੁਸੀਂ ਸਿੱਧਾ ਕਹਿਣਾ ਬੈਂਗਲੌਰ ਦੀ ਟਿਕਟ ਲਓ ਤੇ ਉੱਥੇ ਪਹੁੰਚ ਜਾਓ। ਇਹ ਸਾਰੇ ਹਾਲਾਤ ਦੇ ਵਿੱਚ ਕੱਲ ਦਾ ਸੀਨ ਬੜਾ ਗਰਮਾ ਗਰਮੀ ਵਾਲਾ ਹੈਗਾ। ਹੁਣ ਅਗਰ ਆਮ ਆਦਮੀ ਪਾਰਟੀ ਦੇ ਵੀ ਕੁਝ ਐਮਐਲਏ ਜਿੱਤ ਗਏ, ਉਹਨਾਂ ਨੂੰ ਵੀ ਇੰਤਜ਼ਾਮ ਕਰਨਾ ਪਏਗਾ ਪੰਜਾਬ ਲੈ ਕੇ ਆਉਣ ਦਾ। ਇਹ ਸਾਰੀ ਗੱਲਾਂ ਜਿਹੜੀ ਹੈ, ਜਿੱਦਾਂ ਕਹਿੰਦੇ ਨੇ ਵੈਡਿੰਗ ਈਵੈਂਟ ਮੈਨੇਜਰ ਹੁੰਦੇ ਨੇ, ਇਹ ਕੰਮ ਹੁਣ ਅੱਗੇ ਚੱਲ ਕੇ ਪੋਲੀਟੀਕਲ ਈਵੈਂਟ ਮੈਨੇਜਰ ਨੂੰ ਵੀ ਦਿੱਤਾ ਜਾ ਸਕਦਾ ਹੈ ਕਿ ਵੀ ਕਿੱਦਾਂ ਕਿਹੜੇ ਬੰਦੇ ਸਾਹਮਣੇ। ਬਿਲਕੁਲ ਦਿੱਤਾ ਜਾ ਸਕਦਾ। ਪੂਰੇ ਮੁਕਾਬਲੇ ਹੋਣਗੇ, ਇਹ ਮਿੜਕਣਗੇ, ਪਰ ਵੇਖਣ ਵਾਲੀ ਗੱਲ ਹੈ ਕਿ ਨਤੀਜੇ ਕੀ ਆਉਂਦੇ। ਕੱਲ 10 ਵਜੇ ਤੱਕ ਰੁਝਾਨ ਆਉਣਗੇ ਪ੍ਰੋਪਰ ਤੇ 12 ਵਜੇ ਤੱਕ ਸਥਿਤੀ ਸਾਫ਼ ਹੋ ਜਾਊਗੀ। ਸੋ ਕੱਲ ਕਿਆਮਤ ਦੇ 12 ਵੱਜਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।